ये मंडी खत्म, ये रहेगी मंडी, फिर ये मंडी रहेगी। वो मंडी च महंगी च जाओगे तुसी, सस्ती च जे तुसी सस्ती च आई ना, जिथे 2200 ਨੂੰ ਵਿਕ ਰਹੀ ਫਸਲ ਤੁਸੀਂ ਉੱਥੇ ਇੰਟਰਸਟਿਡ ਹੋ, 2000 ਤੇ ਇੰਟਰਸਟਿਡ ਹੀ ਨਹੀਂ ਤੁਸੀਂ, ਫਿਰ ਉੱਥੇ ਜਾਊਗਾ ਹੀ ਨਹੀਂ ਕੋਈ ਕਿਸਾਨ। ਫਿਰ ਉਹ ਸਟਰਕਚਰ ਬਿਹਾਰ ਦੇ ਵਿੱਚ ਸਟਰਕਚਰ ਖੜੇ ਨੇ ਮੰਡੀਆਂ ਦੇ, ਉਦਾਂ ਹੀ ਕਿਸਾਨਾਂ ਨੂੰ ਲੈ ਗਏ। ਨਹੀਂ ਤੁਸੀਂ ਇੱਕ ਮੇਰਾ ਕੁਐਸਚਨ ਕੰਪਲੀਟ ਹੋ ਲੈਣ ਦਿਓ। ਕਰਜ਼ਾ ਮੁੱਕ ਹੈ ਤੁਹਾਡੇ ਕੋਲ? ਸੁਣੋ ਮੇਰੀ ਗੱਲ, ਹਾਂ ਪ੍ਰਪੋਜ਼ਲ ਦਿੱਤੀ ਹੈ ਯਾਰ 20 ਵਾਰ, ਤੁਸੀਂ ਸੁਣਦੇ ਤਾਂ ਹੋ ਨਹੀਂ। ਮੈਂ ਨਾ ਮਾਨੂੰ ਇਹ ਗੱਲੋਂ ਮੈਂ ਮਾਨੂੰ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ, ਮੈਂ ਮਾਨੂਗਾ ਨਹੀਂ ਇਹ ਗੱਲੋਂ ਕਰਦੀ। ਤੁਸੀਂ ਕਹਿੰਦੇ ਹੋ ਹਜੇ ਵੀ ਤੁਹਾਡਾ ਉਹੀ ਸਟੈਂਡ ਹੈ ਵੀ ਕਾਨੂੰਨ ਅੱਛੇ। ਮੈਂ ਤਾਂ ਕਹਿੰਦਾ ਕਾਨੂੰਨ 30 ਸਾਲ ਪਹਿਲੇ ਆਣੇ ਚਾਹੀਦੇ ਸੀ। ਮੈਨੂੰ ਦੱਸੋ ਕਾਨੂੰਨ ਕਿਹਦੇ ਪੁੱਠਾ ਦਿੰਦਾ ਹੈ? ਇਹਨਾਂ ਕਾਮਰੇਟਾਂ ਨੇ 9 ਮਹੀਨੇ ਧਰਨਾ ਰੱਖਿਆ ਸੀ, 9 ਮਹੀਨੇ, ਔਰ ਲੋਕਾਂ ਨੂੰ ਇਹ ਗੁੰਮਰਾਹ ਕੀਤਾ ਸੀ ਕਿ ਇਹਦਾ ਮੱਖਣ ਤਾਂ ਕੱਢ ਲਿਆ, ਇਹਦਾ ਫੋਕਾ ਬਾਣੀ ਹੈ, ਇਹ ਬਾਗੜਾ ਡੇ ਬਣਨਾ ਨਹੀਂ ਚਾਹੀਦਾ। ਜੀ ਅਨਿਲ ਜੋਸ਼ੀ ਜੀ ਇਹ ਗੱਲ ਕਹਿੰਦੇ ਤੇ ਅਨਿਲ ਜੋਸ਼ੀ ਜੀ ਜਾ ਕੇ ਦੱਸ ਦੇਣ, ਕਿਸਾਨਾਂ ਦੀ ਵਕਾਲਤ ਕਰ ਲੈਣ, ਜਾ ਕੇ ਸਮਝਾ ਦੇਣ। ਅਸੀਂ ਤਾਂ ਕਿਸਾਨਾਂ ਨਾਲ ਜ਼ੋਰ ਮਾਰ ਮੁਰ ਕੇ ਆਗੇ, ਕਿਸਾਨ ਨਾ ਤਾਂ ਕੋਈ ਸਮਝਦੇ ਨਾ ਸਮਝਣ ਦੀ ਕੋਸ਼ਿਸ਼ ਕਰਦੇ। ਔਰ ਅਗਰ ਕਾਨੂੰਨ, ਮੈਨੂੰ ਨਹੀਂ ਲੱਗਦਾ ਕਿ ਕਾਨੂੰਨਾਂ ਦਾ ਕੋਈ ਵਿਰੋਧ ਹੋਵੇ। ਅਗਰ ਕਾਨੂੰਨਾਂ ਦਾ ਵਿਰੋਧ ਹੁੰਦਾ ਤਾਂ ਮੈਂ ਦੋਸ਼ੀ ਸਾਹਿਬ ਨੂੰ ਵੀ ਔਰ ਕਿਸਾਨ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਵਿਰੋਧ ਕਿਸ ਚੀਜ਼ ਦਾ ਕਰਦੇ ਹੋ? ਕਾਨੂੰਨ ਦਾ ਵਿਰੋਧ ਹੈ ਕਿ ਮੋਦੀ ਦਾ ਵਿਰੋਧ ਹੈ? ਜੇ ਕਾਲਾ ਕਾਨੂੰਨ ਸੀ ਵੱਡੇ ਘਰਾਣਿਆਂ ਨੂੰ ਲਿਆਣਾ ਤੇ ਕੈਪਟਨ ਸਾਹਿਬ ਲੈ ਕੇ ਆਏ ਸੀ ਤੇ ਫਿਰ ਵਿਰੋਧ ਕਰਨਾ ਸੀ ਨਾ, ਫਿਰ ਕਿਉਂ ਨਹੀਂ ਵਿਰੋਧ ਕੀਤਾ? ਚਲੋ ਜਿਹੜੇ ਜ਼ਿਆਦਾ ਗੱਲਾਂ ਕਰਦੇ ਉਹਨਾਂ ਨੂੰ ਪੁੱਛ ਲਓ ਕਿ ਜੇ ਕਾਨੂੰਨਾਂ ਦਾ ਵਿਰੋਧ ਹੁੰਦਾ ਤਾਂ ਮੈਂ ਮੰਨਦਾ ਉਦੋਂ ਵਿਰੋਧ ਹੋਣਾ ਸੀ। ਅੱਜ ਜਿਹੜੀ ਬਿਨਾਂ ਸੀਜ਼ਨ ਦੀ ਸਬਜ਼ੀ ਜਿਹੜੀ ਹੈ ਵਿਆਹ ਸ਼ਾਦੀਆਂ 'ਚ ਦੇਖੋਗੇ, ਔਰ ਹਰੇ ਘਰ ਦੇ ਵਿੱਚ ਜਿਹੜੇ ਬਗੈਰ ਸੀਜ਼ਨ ਜਿਹੜਾ ਅੰਬ ਹੋਊਗਾ ਉਹਨਾਂ ਨੂੰ ਚੰਗਾ ਲੱਗਦਾ ਹੈ, ਬਗੈਰ ਸੀਜ਼ਨ ਤੋਰੀ ਟਿੰਡਾ ਸਾਰੇ ਅੱਛੇ ਲੱਗਦੇ ਆ। ਜੇ ਅਗਰ ਬਗੈਰ ਸੀਜ਼ਨ ਖਾਣੇ ਤਾਂ ਫਿਰ ਸਟੋਕੇਜ ਦੀ ਲੋੜ ਹੈ ਕਿ ਨਹੀਂ? ਜੇ ਅਗਰ ਸਟੋਕ ਕੀਤਾ ਹੀ ਹੈ ਤਾਂ ਉਹਦੇ ਵਿੱਚ ਵੀ ਕਾਨੂੰਨ ਬਣਾਇਆ ਹੈ, ਆ ਨਹੀਂ ਕਿ ਉਹਨਾਂ ਨੂੰ ਫਰੀ ਹੈਂਡ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੁੱਗਣੇ ਰੇਟ ਤੋਂ ਜ਼ਿਆਦਾ ਤੁਸੀਂ ਨਹੀਂ ਵੇਚ ਸਕਦੇ। ਕਿਸਾਨ ਅੰਦੋਲਨ ਨੂੰ ਲਗਭਗ 6 ਮਹੀਨੇ ਤੋਂ ਉੱਪਰ ਦਾ ਵਕਤ ਹੈ ਉਹ ਹੋ ਚੁੱਕਿਆ। ਇਸ ਦੇ ਨਾਲ ਹੀ ਨਵੇਂ ਖੇਤੀ ਕਾਨੂੰਨਾਂ ਨੂੰ 1 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਜਦੋਂ ਇਹ ਹੋਂਦ ਦੇ ਵਿੱਚ ਆਏ ਸੀ। ਇਸ ਦੇ ਦਰਮਿਆਨ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਆਏ, ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਤੇ ਸ਼ਾਂਤਮਈ ਢੰਗ ਦੇ ਨਾਲ ਵੀ ਲਗਾਤਾਰ ਕਿਸਾਨ ਆ ਉਹ ਦਿੱਲੀ ਦੇ ਬਾਰਡਰਾਂ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਆ। ਇਸ ਦੇ ਵਿਚਾਲੇ ਪੰਜਾਬ ਦੇ ਵਿੱਚ ਬੀਜੇਪੀ ਦੀ ਨੇਤਾਵਾਂ ਦੀ ਬਹੁਤ ਜਿਹੜੀ ਚਰਚਾ ਉਹ ਹੋ ਰਹੀ ਹੈ ਪਹਿਲੇ ਦਿਨ ਤੋਂ ਅੱਜ ਤੱਕ। ਹੁਣ ਅਨਿਲ ਜੋਸ਼ੀ ਬੀਜੇਪੀ ਤੋਂ ਸੀਨੀਅਰ ਲੀਡਰ ਜਿਹੜੇ ਬਗਾਵਤ ਕਰਦੇ ਨਜ਼ਰ ਆ ਰਹੇ ਨੇ। ਇਸ ਮੁੱਦੇ ਨੂੰ ਲੈ ਕੇ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਅਸੀਂ तमाम ਗੱਲਬਾਤ ਕਰਾਂਗੇ। ਮੇਰੇ ਨਾਲ ਸਰਜੀਤ ਕੁਮਾਰ ਜੀ ਜਾਨੀ ਮੌਜੂਦ ਰਹਿਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ, ਕਿਸਾਨ ਅੰਦੋਲਨ 6 ਮਹੀਨੇ ਤੋਂ ਵੱਧ ਦਾ ਵਕਤ ਹੋ ਚੁੱਕਿਆ। 6 ਮਹੀਨੇ ਅਨਿਲ ਜੋਸ਼ੀ, ਸਭ ਤੋਂ ਪਹਿਲਾਂ ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ। ਉਹਨਾਂ ਨੇ ਕਿਹਾ ਮੈਂ ਪਹੁੰਚ ਕਰਦਾ ਰਿਹਾ ਸੀਨੀਅਰ ਲੀਡਰਸ਼ਿਪ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਇਹ ਮਸਲਾ ਜਿਹੜਾ ਹੱਲ ਹੋਵੇ। ਪਰ ਜਿਹੜੀ ਪੰਜਾਬ ਦੀ ਇਕਾਈ ਸੀ ਜਿਹਦੇ ਵਿੱਚ ਤੁਸੀਂ ਵੀ ਹੋ, ਹਰਜੀਤ ਗਰੇਵਾਲ ਵੀ ਆ, ਜਾਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਨੇ, ਉਹ ਕਹਿੰਦੇ ਇਹ ਜਿਹੜੀ ਸੱਚਾਈ ਆ ਇਹ ਸਹੀ ਨਹੀਂ ਦੱਸ ਰਹੇ ਕਿਤੇ ਨਾ ਕਿਤੇ। ਜਿਹੜੀ ਸੈਂਟਰ ਦੀ ਲੀਡਰਸ਼ਿਪ ਆ, ਕੇਂਦਰ ਦੀ ਜਿਹੜੀ ਵਜ਼ਾਰਤ ਆ, ਤਾਂ ਉਹਦੇ ਵਜ੍ਹਾ ਕਰਕੇ ਜਿਹੜਾ ਇਹ ਮਸਲਾ ਹਜੇ ਤੱਕ ਅਟਕਿਆ ਹੋਇਆ। ਜੀ ਅਨਿਲ ਜੋਸ਼ੀ ਜੀ ਇਹ ਗੱਲ ਕਹਿੰਦੇ ਤੇ ਅਨਿਲ ਜੋਸ਼ੀ ਜੀ ਜਾ ਕੇ ਦੱਸ ਦੇਣ, ਕਿਸਾਨਾਂ ਦੀ ਵਕਾਲਤ ਕਰ ਲੈਣ, ਜਾ ਕੇ ਸਮਝਾ ਦੇਣ। ਅਸੀਂ ਤਾਂ ਕਿਸਾਨਾਂ ਨਾਲ ਜ਼ੋਰ ਮਾਰ ਮੁਰ ਕੇ ਆਗੇ, ਕਿਸਾਨ ਨਾ ਤਾਂ ਕੋਈ ਸਮਝਦੇ ਨਾ ਸਮਝਣ ਦੀ ਕੋਸ਼ਿਸ਼ ਕਰਦੇ। ਔਰ ਅਗਰ ਕਾਨੂੰਨ, ਮੈਨੂੰ ਨਹੀਂ ਲੱਗਦਾ ਕਿ ਕਾਨੂੰਨਾਂ ਦਾ ਕੋਈ ਵਿਰੋਧ ਹੋਵੇ। ਅਗਰ ਕਾਨੂੰਨਾਂ ਦਾ ਵਿਰੋਧ ਹੁੰਦਾ ਤਾਂ ਮੈਂ ਦੋਸ਼ੀ ਸਾਹਿਬ ਨੂੰ ਵੀ ਔਰ ਕਿਸਾਨ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਵਿਰੋਧ ਕਿਸ ਚੀਜ਼ ਦਾ ਕਰਦੇ ਹੋ? ਕਾਨੂੰਨ ਦਾ ਵਿਰੋਧ ਹੈ ਕਿ ਮੋਦੀ ਦਾ ਵਿਰੋਧ ਹੈ? ਤਾਂ ਕਹਿੰਦੇ ਕਾਨੂੰਨ ਦਾ ਵਿਰੋਧ ਹੈ। ਜੇ ਅਗਰ ਕਾਨੂੰਨ ਦਾ ਵਿਰੋਧ ਹੈ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਵੱਡੇ ਘਰਾਣਿਆਂ ਦਾ ਵਿਰੋਧ ਕਰਦੇ ਹੋ ਕਿ ਵੱਡੇ ਘਰਾਣੇ ਆ ਗਏ, ਅਟਲ, ਅਡਾਨੀ, ਅਬਾਨੀ, ਇਹ ਉਹ ਵੱਡੇ ਘਰਾਣੇ। ਤੇ ਵੱਡੇ ਘਰਾਣੇ ਤਾਂ ਲੈ ਕੇ ਆਏ ਸੀ ਕੈਪਟਨ ਸਾਹਿਬ ਨੇ, ਵੱਡੇ ਘਰਾਣੇ ਵਾਸਤੇ ਪੰਜਾਬ ਦੇ ਬੂਹੇ ਖੋਲ੍ਹੇ ਸੀਗੇ। ਉਦੋਂ ਕਿਸਾਨ ਜਥੇਬੰਦੀਆਂ, ਪੰਜਾਬ ਦੀ ਜਥੇਬੰਦੀਆਂ ਪੰਜਾਬ ਦੇ ਵਿੱਚ ਸੀਗੀਆਂ, ਤੇ ਫਿਰ ਪੰਜਾਬ ਦੀ ਜਥੇਬੰਦੀਆਂ ਉਦੋਂ ਵਿਰੋਧ ਕਿਉਂ ਨਹੀਂ ਕੀਤਾ? ਜੇ ਕਾਲਾ ਕਾਨੂੰਨ ਸੀ ਵੱਡੇ ਘਰਾਣਿਆਂ ਨੂੰ ਲਿਆਣਾ ਤੇ ਕੈਪਟਨ ਸਾਹਿਬ ਲੈ ਕੇ ਆਏ ਸੀ ਤੇ ਫਿਰ ਵਿਰੋਧ ਕਰਨਾ ਸੀ ਨਾ, ਫਿਰ ਕਿਉਂ ਨਹੀਂ ਵਿਰੋਧ ਕੀਤਾ? ਔਰ ਉਹਦੇ ਬਾਅਦ ਦੂਸਰੀ ਗੱਲ ਕੰਟੈਕਟ ਫਾਰਮਿੰਗ ਦੀ। ਕੰਟੈਕਟ ਫਾਰਮਿੰਗ ਦਾ ਕਾਨੂੰਨ ਜਿਹੜਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਡੀ ਸਰਕਾਰ ਜਦੋਂ ਇਕੱਠੀ ਸੀ ਉਦੋਂ ਬਣਾਇਆ ਸੀ। ਉਦੋਂ ਇਹਨਾਂ ਨੇ ਵਿਰੋਧ ਨਹੀਂ ਕੀਤਾ। ਕਿਉਂ ਨਹੀਂ ਵਿਰੋਧ ਕੀਤਾ? ਉਦੋਂ ਤੇ ਸਰਕਾਰਾਂ ਦੇ ਵਿੱਚ ਝੁੱਟੇ ਲੈਂਦੇ ਸੀ। ਕਹਿੰਦੀਆਂ ਨੇ ਨਾ ਕਿ ਤੁਸੀਂ ਸਟੇਟ ਲਿਸਟ 'ਚੋਂ ਕੰਮ ਕਰ ਰਹੇ ਹੋ, ਤੁਸੀਂ ਸਟੇਟ ਗਵਰਨਮੈਂਟ ਸਟੇਟ ਲਿਸਟ 'ਚੋਂ ਕੰਮ ਕਰ ਰਹੀ ਹੈ, ਸੈਂਟਰ ਗਵਰਨਮੈਂਟ ਨਾ ਤਾਂ ਕੇਂਦਰ ਜਿਹੜੀ ਲਿਸਟ ਸੈਂਟਰ ਲਿਸਟ ਤੋਂ ਕੰਮ ਕਰ ਰਹੀ ਹੈ, ਨਾ ਸਟੇਟ ਲਿਸਟ ਤੋਂ ਕਰ ਰਹੀ ਹੈ। ਕੰਕਰੀਟ ਲਿਸਟ ਤੋਂ ਜਿਹੜੇ ਕਾਨੂੰਨ ਬਣ ਕੇ ਆ ਰਹੇ ਨੇ, ਜਿਹੜੇ ਸਿੱਧਾ ਫੈਡਰਲ ਸਟਰਕਚਰ ਆ ਜਿਹੜਾ ਸਟੇਟਾਂ ਦਾ, ਉਹਨੂੰ ਖਤਰੇ ਨੇ। ਉਹ ਨਹੀਂ, ਇਹ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ। ਤੇ ਕਾਨੂੰਨ ਤਾਂ ਪੰਜਾਬ 'ਚ ਆਲਰੇਡੀ ਪਹਿਲੇ ਬਣੇ ਹੋਏ ਸੀ। ਪਹਿਲੇ ਕਾਨੂੰਨ ਬਣੇ ਹੋਏ ਸੀ ਕਿ ਨਹੀਂ ਬਣੇ ਹੋਏ ਪਹਿਲਾਂ ਉਹ ਦੱਸ ਦੇਣ। ਵੱਡੇ ਘਰਾਣਿਆਂ ਦੇ ਦੱਸ ਦੇਣ। ਰਾਜੇਵਾਲ ਸਾਰਿਆਂ ਨੂੰ ਤੁਸੀਂ ਪੁੱਛ ਲਓ, ਜਿਹੜੇ ਜ਼ਿਆਦਾ ਗੱਲਾਂ ਕਰਦੇ ਉਹਨਾਂ ਨੂੰ ਪੁੱਛ ਲਓ ਕਿ ਜੇ ਕਾਨੂੰਨਾਂ ਦਾ ਵਿਰੋਧ ਹੁੰਦਾ
ਤਾਂ ਮੈਂ ਮੰਨਦਾ ਉਦੋਂ ਹੀ ਵਿਰੋਧ ਹੋਣਾ ਸੀ। ਪਰ ਉਹ ਕਾਨੂੰਨ ਤਾਂ ਬਣੇ ਸੀ ਜਿਹੜੀਆਂ ਵਿੱਚ ਚੀਜ਼ਾਂ ਐਡ ਕੀਤੀਆਂ ਗਈਆਂ, ਜਿਸ ਤਰ੍ਹਾਂ ਦੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ, ਸਟਾਕ ਲਿਮਟ, ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ। ਜਿਹੜਾ ਕਾਨੂੰਨੀ ਪ੍ਰਾਵਧਾਨ ਆ ਉਹਨੂੰ ਕਿਸ ਤਰੀਕੇ ਨਾਲ ਇੱਕ ਗੁੰਝਲਦਾਰ ਸਿਸਟਮ ਬਣਾ ਕੇ। ਇੱਕ ਗੱਲ ਹੈ, ਮੈਂ ਨਾ ਮੰਨੂ ਇਹ ਗੱਲੋਂ ਮੈਂ ਮੰਨੂ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ, ਮੈਂ ਮੰਨੂਗਾ ਨਹੀਂ, ਇਹ ਗੱਲੋਂ ਕਰਦੇ ਨੇ। ਕਾਨੂੰਨ ਤਾਂ ਦੋ ਬਣੇ ਨੇ। ਜਿਹੜਾ ਸਟੋਕੇਜ ਦਾ ਹੈ ਇਹ ਤਾਂ ਉਹਦੇ ਵਿੱਚ ਸੋਧ ਕੀਤੀ ਹੈ, ਔਰ ਸੋਧ ਕੀਤੀ ਅੱਜ ਕੱਲ੍ਹ ਸਟੋਕੇਜ ਦੀ ਲੋੜ ਹੈ, ਸਟੋਰ ਕਰਨ ਦੀ ਲੋੜ ਹੈ। ਕਿ ਜਦੋਂ ਵਕਤ ਸੀ, ਜਦੋਂ 55 ਬਣਿਆ ਸੀ, ਉਦੋਂ ਅਨਾਜ ਦੀ ਕਮੀ ਸੀ, ਉਦੋਂ ਇਹ ਕਾਨੂੰਨ ਬਣਿਆ ਸੀ। ਅੱਜ ਤਾਂ ਅਨਾਜ ਜਿਹੜਾ ਫਾਲਤੂ ਹੈ, ਔਰ ਹਰੇਕ ਚੀਜ਼ ਅੱਜ ਸਾਡਾ ਸਟੈਂਡਰਡ ਲੋਕਾਂ ਦਾ ਵੱਧ ਗਿਆ। ਲੋਕ ਜਿਹੜੇ ਹੈ ਜਿਹੜੀ ਸੀਜ਼ਨਲ ਸਬਜ਼ੀ, ਉਦੋਂ ਤਾਂ ਅਸੀਂ ਸੀਜ਼ਨਲ ਸਬਜ਼ੀ ਖਾਂਦੇ ਸੀਗੇ। ਅੱਜ ਜਿਹੜੀ ਬਿਨਾਂ ਸੀਜ਼ਨ ਦੀ ਸਬਜ਼ੀ ਜਿਹੜੀ ਹੈ ਵਿਆਹ ਸ਼ਾਦੀਆਂ 'ਚ ਦੇਖੋਗੇ, ਔਰ ਹਰੇਕ ਘਰ ਦੇ ਵਿੱਚ ਜਿਹੜੇ ਬਗੈਰ ਸੀਜ਼ਨ ਜਿਹੜਾ ਅੰਬ ਹੋਊਗਾ ਉਹਨਾਂ ਨੂੰ ਚੰਗਾ ਲੱਗਦਾ ਹੈ, ਬਗੈਰ ਸੀਜ਼ਨ ਤੋਰੀ ਟਿੰਡਾ ਸਾਰੇ ਅੱਛੇ ਲੱਗਦੇ ਆ। ਜੇ ਅਗਰ ਬਗੈਰ ਸੀਜ਼ਨ ਖਾਣੇ ਤਾਂ ਫਿਰ ਸਟੋਕੇਜ ਦੀ ਲੋੜ ਹੈ ਕਿ ਨਹੀਂ? ਜੇ ਅਗਰ ਸਟੋਕ ਕੀਤਾ ਹੀ ਹੈ ਤਾਂ ਉਹਦੇ ਵਿੱਚ ਵੀ ਕਾਨੂੰਨ ਬਣਾਇਆ ਹੈ, ਆ ਨਹੀਂ ਕਿ ਉਹਨਾਂ ਨੂੰ ਫਰੀ ਹੈਂਡ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੁੱਗਣੇ ਰੇਟ ਤੋਂ ਜ਼ਿਆਦਾ ਤੁਸੀਂ ਨਹੀਂ ਵੇਚ ਸਕੋਗੇ। ਯਾਨੀ ਕਿ ਅਗਰ ਸਸਤੇ ਦਾਮ 'ਚ ਅੱਜ ਟਮਾਟਰ ਜਿਹੜਾ 20 ਰੁਪਏ ਹੈ, ਤਾਂ ਅੱਜ 20 ਰੁਪਏ ਟਮਾਟਰ ਕੋਈ ਨਹੀਂ ਖਰੀਦਿਆ, ਕਿਉਂ ਸੀਜ਼ਨ ਦੇ ਵਿੱਚ ਬਾਹਰ ਵਿਕ ਰਿਹਾ। ਜਦੋਂ ਆਖਿਰ ਦੇ ਵਿੱਚ ਟਾਈਮ ਆਉਂਦਾ ਹੈ, ਮਤਲਬ ਫਰੂਟ ਜਿਹੜਾ ਹੈ ਜਾਂ ਜੂਈ ਵਿੱਚ ਜਿਹੜੀ ਚੀਜ਼ ਹੈ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹਨੂੰ ਅਗਰ 4 ਰੁਪਏ ਲੈ ਕੇ ਅਗਰ ਸਟੋਕ ਕਰ ਲਿਆ ਤਾਂ 8 ਤੋਂ ਉੱਤੇ ਟਮਾਟਰ ਨਹੀਂ ਵੇਚ ਸਕਦੇ। ਠੀਕ ਹੈ ਜੀ। ਹੁਣ 60 ਰੁਪਏ ਵੀ ਟਮਾਟਰ ਲੋਕਾਂ ਨੇ ਖਾਂਦੇ, 50 ਵੀ ਖਾਂਦੇ। ਇਸ ਤਰ੍ਹਾਂ ਘੀਆ, ਕੱਦੂ, ਤੋਰੂ ਹੋਰ ਬੜੀ ਚੀਜ਼ਾਂ ਜਿਹੜੀਆਂ ਸਟੋਕੇਜ ਦੇ ਵਿੱਚ ਹੈ, ਅੱਜ ਇਸ ਚੀਜ਼ ਦੀ ਲੋੜ ਹੈ। ਇਹ ਵੀ ਗੱਲਾਂ ਤਾਂ ਸਾਹਮਣੇ ਆਈਆਂ ਸੀ ਜੀ ਸਟੋਰੇਜ ਦੇ ਨਾਲ ਬਹੁਤ ਗੱਲਾਂ। ਹੁਣ ਰੀਸੈਂਟਲੀ ਜਿਹੜਾ ਪਿਆਜ਼ ਆ ਕਦੇ 80 ਰੁਪਏ ਹੁੰਦਾ, ਕਦੇ 20 ਰੁਪਏ ਹੁੰਦਾ। ਜਦੋਂ ਕਿਸਾਨ ਦੇ ਖੇਤ ਚੋਂ ਚੱਕਿਆ ਜਾ ਰਿਹਾ ਉਹ 5 ਰੁਪਏ ਆ। ਜਦੋਂ ਸਟੋਰ ਇੱਕ ਵਪਾਰੀ ਲੈ ਕੇ ਕਰਦਾ ਉਹ 80 ਰੁਪਏ ਵੇਚ ਰਿਹਾ ਮਾਰਕੀਟ ਦੇ ਵਿੱਚ, ਸਟੋਰ ਕਰਕੇ 100 ਰੁਪਏ ਵੇਚ। ਗੱਲ ਨਹੀਂ, ਪਰ ਸਟੋਰ ਹੁਣ ਹੈ ਕਿੱਥੇ? ਹੁਣ ਫਾਜ਼ਿਲਕਾ ਹੈ। ਅਗਰ ਫਾਜ਼ਿਲਕਾ ਅਗਰ ਗੋਦਾਮ ਬਣਨ, ਸਟੋਰ ਬਣਨ, ਜਿਹੜੇ ਕੋਲਡ ਸਟੋਰ ਉਹ ਬਣਨ, ਤਾਂ ਅਗਰ ਇੱਥੇ ਹੀ ਅਗਰ ਪਿਆਜ਼ ਲਾ ਕੇ ਉਹ ਸਟਾਕ ਕੀਤਾ ਜਾਏ। ਦੇਖੋ ਗੱਲ ਸੁਣੋ, ਅੱਜ ਖੇਤੀ ਨੂੰ ਚੇਂਜਿੰਗ ਲੈਣ ਦੀ ਲੋੜ ਹੈ। ਇਹ ਕਾਨੂੰਨ ਜਿਹੜਾ ਹੈ, ਇਹ ਕਾਨੂੰਨ ਤਾਂ ਪਹਿਲੇ ਦੇ ਬਣੇ ਹੋਏ ਨੇ। ਅੱਜ ਅਗਰ ਵਿਰੋਧ ਹੈ ਤਾਂ ਮੋਦੀ ਦਾ ਵਿਰੋਧ ਹੈ, ਕਾਨੂੰਨਾਂ ਦਾ ਵਿਰੋਧ ਨਹੀਂ ਹੈ। ਆਖਰ ਦੇ ਵਿੱਚ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਾਨੂੰਨਾਂ ਦੇ ਬਾਰੇ ਇੰਨੀ ਗੱਲ ਹੀ ਕਰਾਂਗੇ ਕਿ ਤੁਸੀਂ ਕਹਿੰਦੇ ਹੋ ਹਜੇ ਵੀ ਤੁਹਾਡਾ ਉਹੀ ਸਟੈਂਡ ਹੈ ਵੀ ਕਾਨੂੰਨ ਅੱਛੇ। ਮੈਂ ਤਾਂ ਕਹਿੰਦਾ ਕਾਨੂੰਨ 30 ਸਾਲ ਪਹਿਲੇ ਆਣੇ ਚਾਹੀਦੇ ਸੀ। ਮੈਨੂੰ ਦੱਸੋ ਕਾਨੂੰਨ ਕਿਹਦੇ ਗੁੱਠਾ ਦਿੰਦਾ ਹੈ? ਇਹ ਕਾਨੂੰਨ ਕਿਸੇ ਨੂੰ ਗੁੱਠਾ ਨਹੀਂ ਦਿੰਦਾ, ਇਹ ਆਪਦੀ ਮਰਜ਼ੀ ਹੈ। ਕੰਟੈਕਟ ਫਾਰਮਿੰਗ ਹੈ ਤੇ ਕੰਟੈਕਟ ਫਾਰਮਿੰਗ ਤੁਹਾਡੀ ਮਰਜ਼ੀ ਹੈ, ਕਰੋ ਨਾ ਕਰੋ। ਕੌਣ ਕਹਿੰਦਾ ਹੈ? ਉਹ ਕਾਨੂੰਨ ਦੇ ਵਿੱਚ ਆਹ ਤਾਂ ਨਹੀਂ ਲਿਖਿਆ ਕਿ ਤੁਸੀਂ ਕੰਟੈਕਟ ਫਾਰਮਿੰਗ ਜ਼ਰੂਰੀ ਕਰਨੀ ਹੈ, ਇਹ ਨਹੀਂ ਲਿਖਿਆ ਹੋਇਆ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਰੋ ਤਾਂ ਕਰੋ। ਮੇਰੇ ਕੋਲ ਬਾਹਰੋਂ ਫੋਨ ਆ ਜਾਂਦੇ ਆ, ਮੇਰੇ ਸਾਥੀਆਂ ਬਾਹਰੋਂ ਫੋਨ ਆਏ ਜਾਂਦੇ, ਸਾਹਿਬ ਤੁਸੀਂ ਕਿਸਾਨਾਂ ਦੀ ਕਰੋ। ਬੋਲ ਵੀ ਕੀ ਹੈ? ਮੈਂ ਕਿਸਾਨ ਹਾਂ, ਮੈਂ ਕਿਸਾਨਾਂ ਦੀ ਕਰਦਾ, ਔਰ ਮੈਂ ਨਿਰੋਲ ਕਿਸਾਨ ਹਾਂ। ਜਿਹੜੇ ਯੂਨੀਅਨ ਜਥੇਬੰਦੀਆਂ ਇਹਨਾਂ ਤਾਂ 100 ਇਹਨਾਂ ਦੇ ਕੰਮ ਹੈ, ਕਾਰੋਬਾਰ ਹੈ। ਮੇਰੇ ਕੋਈ ਕਾਰੋਬਾਰ ਨਹੀਂ ਹੈ। ਤੇ ਮੈਂ ਕਿਸਾਨ ਨੇ ਤੇਸੀਆਂ ਕਿਸਾਨ ਦੀ ਗੱਲ ਕਰਦਾ। ਮੈਂ ਕਿ ਤੁਸੀਂ ਬੈਠੇ ਹੋ ਉੱਥੇ ਬਾਹਰ, ਤੁਹਾਡੀ ਜ਼ਮੀਨਾਂ ਕੌਣ ਬਾਹਰ ਹੈ? ਇੱਥੇ ਤੁਸੀਂ ਬਾਹਰ ਹੋ। ਕਹਿੰਦੇ ਅਸੀਂ ਤਾਂ ਠੇਕੇ ਦਿੱਤੀ ਹੈ। ਮੈਂ ਠੇਕਾ ਕਹਿ ਦਿਓ, ਕੰਟੈਕਟ ਫਾਰਮਿੰਗ ਕਹਿ ਦਿਓ। ਹੁਣ ਤੁਸੀਂ ਠੇਕੇ ਦਿੱਤੀ ਤਾਂ ਜ਼ਮੀਨ ਤੁਸੀਂ ਠੇਕੇ ਦੀ ਫਸਲ ਵਾਸਤੇ ਦਿੱਤੀ ਹੈ ਨਾ, ਕੋਈ ਸਾਰੀ ਜ਼ਮੀਨ ਤਾਂ ਨਹੀਂ ਦਿੱਤੀ। ਔਰ ਸਾਲ ਦੇ ਬਾਅਦ ਤੁਸੀਂ ਬਦਲ ਵੀ ਸਕਦੇ ਹੋ। ਔਰ ਤੁਸੀਂ ਠੇਕੇ ਦਿਓ ਤਾਂ ਦਿਓ, ਨਾ ਦਿਓ ਤਾਂ ਨਾ ਦਿਓ, ਤੁਹਾਡੀ ਮਰਜ਼ੀ ਹੈ। ਉਹ ਕਹਿੰਦਾ ਇਹ ਤਾਂ ਗੱਲ ਠੀਕ ਹੈ। ਤੇ ਇਹਦੇ ਵਿੱਚ ਕਾਨੂੰਨ ਜਿਹੜਾ ਹੈ, ਕੋਈ ਕਾਨੂੰਨ ਫੋਰਸਲੀ ਕਿਸੇ ਨੂੰ ਟਾਈਟ ਨਹੀਂ ਕਰਦਾ, ਇਹ ਆਪਦੀ ਮਰਜ਼ੀ ਤੇ ਹੈ। ਕਾਨੂੰਨ ਕੀ ਹੈ? ਕਾਨੂੰਨ ਉਹ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਮਜਬੂਰ ਕਰੇ ਵੀ ਤੁਸੀਂ ਆਹ ਗੱਲ ਕਰਨੀ ਹੈ। ਤੇ ਇਹ ਕੋਈ ਮਜਬੂਰੀ ਨਹੀਂ ਹੈ। ਤੁਸੀਂ ਅਗਰ ਠੇਕੇ ਦੇਣੇ ਦਿਓ, ਨਾ ਦਿਓ। ਤੁਸੀਂ ਅਗਰ ਮੰਡੀ ਜਿਹੜੇ ਰਾਜੇਵਾਲ ਸਾਹਿਬ ਨੇ, ਇਹਨਾਂ ਨੂੰ ਪੁੱਛੋ, ਕੇਂਦਰ ਦੀ ਸਰਕਾਰ ਕਿਸਾਨਾਂ ਦਾ ਭਲਾ ਚਾਹੁੰਦੀ ਹੈ। ਕਿਉਂ ਨਹੀਂ ਚਾਹੇਗੀ? ਭਲਾ ਚਾਹੇਗੀ ਤਾਂ ਅਸੀਂ ਵੋਟਾਂ ਲਵਾਂਗੇ। ਦੂਜੀ ਵਾਰੀ ਅਗਰ ਨਰਿੰਦਰ ਮੋਦੀ ਬਣੇ ਤਾਂ ਦੇਸ਼ ਦਾ ਭਲਾ ਕੀਤਾ ਹੈ, ਤਾਂ ਇਹ ਦੂਜੀ ਵਾਰੀ ਬਣੇ। ਵੋਟਾਂ ਕੋਈ ਧੱਕੇ ਨਾਲ ਸੋਚਿਆ ਜਾ ਸਕਦਾ ਇਹ ਧਰਤੀ ਹੇਠਲਾ ਪੱਧਰ ਹੈ ਜਿਹੜਾ ਪਾਣੀ ਦਾ ਉਹ ਗਿਰਦਾ ਜਾ ਰਿਹਾ, ਫਸਲੀ ਵਿਭਿੰਨਤਾ ਦੀ ਲੋੜ ਸੀ, ਇੱਥੇ ਕਾਨੂੰਨ ਬਣਨੇ ਚਾਹੀਦੇ ਸੀ। ਕਾਨੂੰਨ ਬਣ ਰਿਹਾ ਕੰਟਰੈਕਟ ਫਾਰਮਿੰਗ ਦਾ। तो ਕੰਟਰੈਕਟ ਫਾਰਮਿੰਗ ਕਰਕੇ ਤਾਂ ਚੀਜ਼ ਬਾਹਰ ਆਏਗੀ ਨਾ। ਅਜੇ ਜੋ ਫਸਲੀ ਚੱਕਰ ਦੂਸਰੀ ਫਸਲ ਜਿਹੜੀਆਂ ਬੀਜੀਆਂ ਜਾਣਗੀਆਂ, ਜਿਹਦੇ ਵਿੱਚ ਤਾਂ ਫਿਰ ਉਹ ਜਿਹੜੀ ਕਣਕ ਝੋਨੇ ਤੋਂ ਸਾਡਾ ਪਿੱਛਾ ਛੁੱਟੇਗਾ। ਤਾਂ ਇਹ ਸਾਰੀ ਚੀਜ਼ ਐਸੇ ਕਰਕੇ ਹੋ ਰਹੀ ਹੈ। ਪਹਿਲਾਂ ਕਿਉਂ ਨਹੀਂ ਹੋਰ ਫਸਲਾਂ ਤੇ ਐਮਐਸਪੀ ਨਿਰਧਾਰਿਤ ਕਰਦੀ ਸਰਕਾਰ? ਕਣਕ ਝੋਨੇ ਤੇ ਹੈਗੀ ਹੈ, ਲੋਕ ਤਾਂ ਕਿਸਾਨ ਬੀਜ ਹੀ ਤਾਂ ਰਹੇ। ਇਹਦਾ ਤੁਹਾਨੂੰ ਪਤਾ ਨਹੀਂ ਕਿ ਸਾਰੀ ਚੀਜ਼ਾਂ ਦਾ ਜਿਹੜੀ ਫਸਲ ਹੈ ਨਾ, ਸਾਰੀਆਂ ਦਾ ਹੀ ਐਮਐਸਪੀ ਹੈ। ਸੁਣੋ ਗੱਲ, ਉਹਦੇ ਵਿੱਚ ਕੀ ਹੈ? ਸੀਸੀਆਈ ਐਫਸੀਆਈ ਜਿਹੜੀ ਖਰੀਦ ਕਰਦੀ ਹੈ ਕਣਕ ਔਰ ਝੋਨਾ ਤੇ ਕਾਟਨ ਜਿਹੜੀ ਖਰੀਦ ਕਰਦੀ ਹੈ। ਬਾਕੀ ਦੀ ਜਿਹੜੀ ਫਸਲ ਹੈ ਉਹ ਪੰਜਾਬ ਸਟੇਟ ਜਿਹੜੀ ਹੈ ਉਹ ਖਰੀਦੇ, ਰਾਜਸਥਾਨ ਦੀ ਗਵਰਨਮੈਂਟ ਉਹ ਖਰੀਦੇ। ਉਹਦੇ ਵਿੱਚ ਜਿਹੜਾ ਹਿੱਸਾ ਜਿਹੜਾ ਉਹ ਦਿੰਦੇ ਆ। ਹੁਣ ਇਹ ਪੰਜਾਬ ਸਰਕਾਰ ਨੇ ਤਾਂ ਕਦੇ ਖਰੀਦਿਆ ਨਹੀਂ। ਹੁਣ ਰਾਜਸਥਾਨ ਔਰ ਹਰਿਆਣਾ 'ਚ ਬਾਜਰਾ ਹੈ, ਗੁਆਰ ਹੈ, ਬਾਕੀ ਫਸਲ ਖਰੀਦਦੇ ਆ। ਇਹ ਪੰਜਾਬ ਵਾਲੇ ਕਿਉਂ ਨਹੀਂ ਖਰੀਦਦੇ? ਇਹ ਖਰੀਦਦੇ ਹੀ ਨਹੀਂ। ਤੁਸੀਂ ਵੀ ਰਹੇ ਹੋ 10 ਸਾਲ, ਤੁਸੀਂ ਵੀ ਰਹੇ ਹੋ ਪੰਜਾਬ ਦੇ ਵਿੱਚ, ਕੈਬਨਿਟ ਦੇ ਅਹੁਦੇ ਤੇ ਵੀ ਤੁਸੀਂ ਰਹੇ ਹੋ, ਤੁਸੀਂ ਕਿਉਂ ਨਹੀਂ? ਮੇਰਾ ਤਾਂ ਇੰਟਰਵਿਊ ਪਹਿਲਾਂ ਦੇਖ ਲਓ ਤੁਸੀਂ। ਮੇਰਾ ਜਿਹੜਾ ਹੈ ਡੀਡੀ ਪੰਜਾਬੀ ਦੇ ਵਿੱਚ 10 ਸਾਲ ਪਹਿਲਾਂ ਇੰਟਰਵਿਊ ਹੀ ਹੈ ਕਿ ਕਣਕ ਝੋਨੇ ਤੋਂ ਸਾਨੂੰ ਬਾਹਰ ਆਉਣਾ ਪਏਗਾ। ਤੁਸੀਂ ਦੇਖ ਲਓ, ਅਸੀਂ ਚੀਜ਼ ਦੀ ਕੋਸ਼ਿਸ਼ ਜਿਹੜੀ ਹੈ ਹਮੇਸ਼ਾ ਹੀ ਕਰਦੇ ਰਹੇ। ਜੀ, ਤਾਂ ਹੁਣ ਜੈਨੀ ਸਾਹਿਬ, ਜਿਹੜੀ ਅਨਿਲ ਜੋਸ਼ੀ ਹਰਾਂ ਨੇ ਗੱਲ ਕਹੀ ਆ ਉਹ ਇਸ ਤੋਂ ਅੱਗੇ ਵਧ ਗਏ। ਉਹ ਕਹਿੰਦੇ ਸਰਕਾਰ ਭਲਾ ਕਰਨਾ ਚਾਹੁੰਦੀ ਹੈ, ਠੀਕ ਹੈ, ਮੈਂ ਸਹਿਮਤ ਹਾਂ।
ਸਾਡੀ ਜਿਹੜੀ ਭਾਜਪਾ ਲੀਡਰਸ਼ਿਪ ਉਹ ਕਹਿੰਦੀ ਹੈ ਕਾਨੂੰਨ ਸਹੀ ਹੈ, ਕਹਿੰਦਾ ਸਹਿਮਤ ਆ ਮੈਂ, ਠੀਕ ਹੈ ਕਾਨੂੰਨ ਸਹੀ ਨੇ, ਪਰ ਮਸਲਾ ਇਹ ਪਰਜਾ ਜਿਹੜੀ ਲੋਕ ਨੇ, ਜਿਹੜੇ ਲੋਕਤੰਤਰ ਦੇ ਵਿੱਚ ਕਹਿੰਦੇ ਲੋਕ ਵੱਡੇ ਹੁੰਦੇ ਨੇ, ਉਹ ਲੋਕ 6 ਮਹੀਨਿਆਂ ਦੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠੇ ਆ। ਸਰਕਾਰ ਜਿੱਤ ਅੜੀ ਹੋਈ ਹੈ, ਸਰਕਾਰ ਨੂੰ ਲੋਕਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਪਰਜਾ ਤੰਤਰ ਹੈ ਤਾਂ ਲੋਕਾਂ ਦੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ? ਉਹ ਤਾਂ ਇਸ ਤੇ ਸਟੈਂਡ ਲੈ ਰਹੇ ਨੇ। ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ, ਦੇਸ਼ ਦੀ ਰਾਜਨੀਤੀ ਕਰਦੀ ਹੈ, ਦੇਸ਼ ਤਰੱਕੀ ਦੀ ਰਾਜਨੀਤੀ ਕਰਦੀ ਹੈ, ਅਸੂਲ ਦੀ ਰਾਜਨੀਤੀ ਕਰਦੀ ਹੈ। ਇਹ ਗੱਲ ਸੁਣੋ, ਜੇ ਵਿਰੋਧ ਦੀ ਗੱਲ ਕਰਦੇ ਹੋ, ਭਾਖੜਾ ਡੈਮ ਜਦੋਂ ਬਣਿਆ ਸੀ ਨਾ, ਇਹਨਾਂ ਕਾਮਰੇਟਾਂ ਨੇ 9 ਮਹੀਨੇ ਧਰਨਾ ਰੱਖਿਆ ਸੀ, 9 ਮਹੀਨੇ, ਔਰ ਲੋਕਾਂ ਨੂੰ ਇਹ ਗੁੰਮਰਾਹ ਕੀਤਾ ਸੀ ਕਿ ਇਹਦਾ ਮੱਖਣ ਤਾਂ ਕੱਢ ਲਿਆ, ਇਹ ਤਾਂ ਫੋਕਾ ਬਾਣੀ ਹੈ, ਇਹ ਭਾਖੜਾ ਡੈਮ ਬਣਨਾ ਨਹੀਂ ਚਾਹੀਦਾ। ਇਹ ਤੁਸੀਂ ਰਿਕਾਰਡ ਹੈ, ਮੈਂ ਨਹੀਂ ਕਹਿ ਰਿਹਾ। ਔਰ ਭਾਖੜਾ ਡੈਮ ਉਸ ਟਾਈਮ ਸਰਕਾਰ ਜੇ ਅਗਰ ਫੈਸਲਾ ਇਹਨਾਂ ਦੇ ਆਖੇ ਟਲ ਜਾਂਦੀ ਤੇ ਅਗਰ ਭਾਖੜਾ ਡੈਮ ਨਾ ਬਣਦਾ ਤੇ ਅੱਜ ਕੀ ਹਰੀ ਕ੍ਰਾਂਤੀ ਜਿਹੜੀ ਆਈ ਹੈ, ਅੱਜ ਜਿਹੜਾ ਅਨਾਜ ਦੇ ਜ਼ਿਆਦਾ ਫालतू ਭੰਡਾਰ ਭਰੇ ਗਏ ਨੇ, ਕਿ ਭਰੇ ਜਾਣੇ ਸੀ। ਵਿਰੋਧ ਤਾਂ ਹਰੇਕ ਚੀਜ਼ ਦਾ ਹੁੰਦਾ। ਹੁਣ ਫਾਜ਼ਿਲਕਾ ਸਾਡੇ ਕੋਲ ਬੱਸ ਸਟੈਂਡ ਬਣਦਾ, ਉਹਦਾ ਵਿਰੋਧ, ਅੰਡਰਬ੍ਰਿਜ ਓਵਰਬ੍ਰਿਜ ਉਹਦਾ ਵਿਰੋਧ, 4 ਲਾਈਨ 6 ਲਾਈਨ ਉਹਦਾ ਵਿਰੋਧ, ਅਗਰ ਬਾਥਰੂਮ ਬਣਾਓ ਛੋਟਾ ਜਿਹਾ ਉਹਦਾ ਵਿਰੋਧ, ਤਾਂ ਸਾਰੀ ਚੀਜ਼ਾਂ ਦਾ। ਔਰ ਵਿਰੋਧ ਇੱਕ ਗੱਲ ਜਿਵੇਂ ਚਾਣਕਿਆ ਨੇ ਕਿਹਾ ਕਿ ਕਿਸੇ ਵੀ ਚੰਗੇ ਸ਼ਾਸਕ ਦਾ ਵਿਰੋਧ ਹੋਣਾ ਵੀ ਜ਼ਰੂਰੀ ਹੈ, ਪਰ ਵਿਰੋਧ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਹਰ ਮਸਲੇ ਤੇ ਐਡੇ ਵੱਡੇ ਵਿਰੋਧ ਹੋ ਰਹੇ ਨੇ। ਜਿਹੜੇ ਵੀ ਪਹਿਲਾਂ ਵੀ ਜਿਹੜੇ ਕੰਮ ਹੋਏ ਨੇ ਰੀਸੈਂਟਲੀ, ਤਾਂ ਉਸ ਤੋਂ ਬਾਅਦ ਖੇਤੀ ਕਾਨੂੰਨ, ਇਹ ਕਾਨੂੰਨਾਂ ਦਾ ਵਿਰੋਧ ਨਹੀਂ ਹੈ, ਇਹ ਮੋਦੀ ਦਾ ਵਿਰੋਧ ਹੈ। ਔਰ ਜਿਹੜੀ ਦੂਸਰੀਆਂ ਪਾਰਟੀਆਂ ਨਾਲ ਲੱਗੀ ਹੋਈ ਹੈ, ਅਕਾਲੀ ਦਲ ਲੱਗਿਆ ਹੈ, ਕਾਂਗਰਸ ਲੱਗੀ ਹੈ, ਹਰਿਆਣਾ 'ਚ ਜਿਹੜਾ ਹੁੱਡਾ ਵਗੈਰਾ ਸਾਰੇ ਲੱਗੇ ਨੇ, ਆਮ ਆਦਮੀ ਪਾਰਟੀ, ਜਿੰਨੀਆਂ ਵੀ ਪਾਰਟੀਆਂ ਹੈ ਉਹ ਸਾਰੀ ਦੀ ਸਾਰੀ ਮੋਦੀ ਦੇ ਪਿੱਛੇ, ਮੋਦੀ ਦਾ ਚਿਹਰਾ ਖਰਾਬ ਕਰਨ ਵਾਸਤੇ ਲੱਗੇ ਹੋਏ ਨੇ। ਔਰ ਕੇਜਰੀਵਾਲ ਤਾਂ ਕਦੇ ਸਿੰਘੂ ਦੀ ਸਰਹੱਦ ਵੀ ਨਹੀਂ ਲੰਘੇ, ਦਿੱਲੀ ਵਾਲੇ ਪਾਸਿਓਂ ਮੁੜਦੇ ਰਹੇ ਨੇ। ਬਿੱਟੂ, ਰਵਨੀਤ ਬਿੱਟੂ ਉੱਥੇ ਜਾ ਕੇ ਆਇਆ, ਤੁਸੀਂ ਵੇਖਿਆ ਹੋਣਾ ਲੋਕਾਂ ਨੇ। ਉਹ ਬੰਦੇ ਭੇਜਦੇ ਆ, ਬੱਸਾਂ ਭੇਜਦੇ ਆ, ਆਪਦੇ ਉਹ ਸਹਿ ਉਹਨਾਂ ਨੂੰ ਦਿੰਦੇ ਆ, ਵੜਨ ਤਾਂ ਉਹਨਾਂ ਨੂੰ ਵੀ ਨਹੀਂ ਦਿੰਦੇ, ਪਰ ਉਹ ਵੀ ਖੀਰ ਖਾ ਲੈਣ ਜੇ ਠੰਡੀ ਜੇ ਕਰਕੇ ਖਾਣੀ ਹੈ ਤਾਂ ਉਹ ਵੀ ਨਹੀਂ ਖਾ ਸਕਦੇ। ਇਹ ਮਤਲਬ ਕੀ ਹੈ? ਤੁਹਾਡੇ ਨੀਲ ਜੋਸ਼ੀ ਸਾਹਿਬ ਅੜ ਗਏ ਕਿ ਮੈਂ ਲੋਕਾਂ ਦੇ ਨਾਲ ਆ, ਮੈਂ ਪਰਜਾ ਦੇ ਨਾਲ ਆ, ਮੈਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਆ, ਮੈਂ ਲੀਡਰਸ਼ਿਪ ਦੇ ਨਾਲ ਨਹੀਂਗਾ, ਕਿਉਂਕਿ ਪਾਰਟੀ ਹੁੰਦੀ ਵਰਕਰਾਂ ਦੇ ਨਾਲ ਹੈ। ਤੁਸੀਂ ਦੱਸੋ, ਕਿਸਾਨਾਂ ਦੇ ਨਾਲ ਹੋ ਕਿ ਤੁਸੀਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਾਂ ਕੇਂਦਰ ਦੀ ਵਜ਼ਾਰਤ ਉਹਦੇ ਨਾਲ ਹੋ? ਤੁਸੀਂ ਕਿਹਦੇ ਨਾਲ ਹੋ? ਮੈਂ ਕਿਸਾਨਾਂ ਦੇ ਨਾਲ ਹਾਂ, ਦੇਸ਼ ਦੇ ਨਾਲ ਹਾਂ, ਤਰੱਕੀ ਦੇ ਨਾਲ ਹਾਂ, ਔਰ ਦੇਸ਼ ਦੀ ਤਰੱਕੀ ਹੋਈ ਹੈ। ਮੈਂ ਕਿਸਾਨ ਹਾਂ। ਮੈਂ ਪੈਟਰੋਲ ਆ ਜੈਨੀ ਸਾਹਿਬ 88 ਰੁਪਏ ਡੀਜ਼ਲ ਹੋ ਗਿਆ ਕਿਸਾਨਾਂ ਨੂੰ। ਜਿਹੜਾ ਡੀਏਪੀ ਦਾ ਗੱਟਾ ਪਿਛਲੇ ਦਿਨਾਂ ਦੇ ਵਿੱਚ, ਹੁਣ ਤਾਂ ਕੇਂਦਰ ਦੀ ਤੁਹਾਡੀ ਸਰਕਾਰ ਨੇ ਇਹ ਵੀ ਕਹਿਤਾ ਕਿ ਅਸੀਂ ਤਾਂ ਚੌਲ ਹੀ ਨਹੀਂ ਲੈਣੇ, ਮਾੜੇ ਨੇ। ਤੇ ਮਾੜੇ ਚੌਲ ਕੌਣ ਖਰੀਦੇਗਾ, ਖਾਏਗਾ ਕੌਣ? ਕੋਈ ਸਰਕਾਰ ਨੇ ਥੋੜੇ ਖਾਣੇ, ਲੋਕਾਂ ਨੇ ਖਾਣੇ ਆ। ਕੁਆਲਿਟੀ ਤਾਂ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ? ਅਗਰ ਦੂਸਰੇ ਦੇਸ਼ 'ਚ ਅਸੀਂ ਆਪਦੀ ਭੇਜਦੇ, ਵਾਪਸ ਆ ਗਈ ਕਈ ਵਾਰੀ। ਹੁਣ ਕੁਆਲਿਟੀ ਨਹੀਂ ਹੋਏਗੀ ਤਾਂ ਕੌਣ ਖਾਏਗਾ ਉਹਨੂੰ? ਕੁਆਲਿਟੀ ਵੱਲ ਧਿਆਨ ਦੇਣਾ ਚਾਹੀਦਾ ਸੀ ਨਾ ਜੈਨੀ ਸਾਹਿਬ। ਦੇ ਰਹੇ ਨਾ ਜੀ, ਇਸੇ ਕਰਕੇ ਹੈ। ਜੇ ਅਗਰ ਅਸੀਂ ਮਾੜੀ ਚੀਜ਼ ਨਹੀਂ ਖਰੀਦਣਗੇ, ਆਪੇ ਆਪ ਜਿਹੜੀ ਕੁਆਲਿਟੀ ਬਣੇਗੀ, ਕੁਆਲਿਟੀ ਪੈਦਾ ਹੋਗੀ, ਉਹ ਵਿਕੇਗੀ ਮਾਰਕੀਟ ਦੇ ਵਿੱਚ। ਔਰ ਜੋ ਪੰਜਾਬ ਹੀ ਸਭ ਤੋਂ ਵੱਧ ਚੌਲ ਪੈਦਾ ਕਰਦਾ, ਤੇ ਪੰਜਾਬ ਦੇ ਚੌਲ 2 ਸਾਲ ਨਾ ਵਿਕੇ ਤਾਂ ਤੁਹਾਨੂੰ ਪਤਾ ਕਿੰਨੀ ਮਾਰ ਪੈ ਸਕਦੀ ਹੈ ਆਰਥਿਕ ਤੌਰ ਤੇ। ਤਾਂ ਪਹਿਲਾਂ ਹੀ ਕਿਸੇ ਨੂੰ ਕੋਈ ਮਾਰ ਨਹੀਂ ਪੈਂਦੀ, ਸਾਰੀ ਚੀਜ਼ ਐਵੇਂ ਇੱਕ ਵਹਿਮ ਹੁੰਦਾ ਹੈ। ਔਰ ਇਹ ਵਹਿਮ ਦੀ ਹੀ ਇਹ ਜਿਹੜੇ ਸੰਘਰਸ਼ ਕਰ ਰਹੇ, ਵਹਿਮ 'ਚ ਕਰ ਰਹੇ। ਸਾਡੀਆਂ ਮੰਡੀ ਬੰਦ ਹੋ ਜੂਗੀ, ਜ਼ਮੀਨਾਂ ਚਲੀ ਜਾਊਗੀ, ਸਾਡੀ MSP ਬੰਦ ਹੋ ਜੂਗੀ। ਇਹ ਕੋਈ ਗੱਲ ਥੋੜੀ ਹੈ। ਹੋ ਜੂਗੀ ਗਾ ਤੇ ਗੱਲ ਕਰਨੀ ਕੋਈ ਅੱਛੀ ਨਹੀਂ ਹੈ। ਜਦੋਂ ਕੋਈ ਹੋ ਜਾਏ ਉਦੋਂ ਤੁਸੀਂ ਸੜਕਾਂ ਤੇ ਆ ਜਾਏ, ਨਹੀਂ। ਮੇਰੀ ਗੱਲ ਸੁਣੋ, ਪ੍ਰਾਈਵੇਟ ਮੰਡੀ ਦਾ ਕਨਸੈਪਟ ਇਹਦੇ ਵਿੱਚ ਆ ਰਿਹਾ। 6% ਜਿਹੜਾ ਪੰਜਾਬ ਮੰਡੀ ਬੋਰਡ ਟੈਕਸ ਇੱਥੋਂ ਲੈਂਦਾ, ਮੰਡੀ ਦੇ ਵਿੱਚ ਕੁਛ 160 175 ਰੁਪਏ ਜਾਂਦੇ ਨੇ ਸਰਕਾਰ ਨੂੰ, ਤਾਂ ਉਹ ਕੁਆਂਟਲ ਫਸਲ ਦੇ ਵਿੱਚ ਜੇ ਤੁਸੀਂ 2000 ਰੁਪਏ ਨੂੰ ਫਸਲ ਵੇਚਣੀ ਪਸੰਦ ਕਰੋਗੇ ਕਿ 2200 ਨੂੰ? ਤੁਸੀਂ ਇਹ ਦੱਸੋ, ਐਜ਼ ਏ ਕਿਸਾਨ, ਐਜ਼ ਏ ਲੀਡਰ, ਨਹੀਂ ਕਿੰਨੇ ਨੂੰ ਵੇਚਣੀ ਪਸੰਦ ਕਰੋਗੇ? ਅਸੀਂ ਤਾਂ ਮਹਿੰਗੀ ਵੇਚਣੀ ਪਸੰਦ ਕਰਾਂਗੇ। ਜੇ ਮਹਿੰਗੀ ਵੇਚਣੀ ਪਸੰਦ ਕਰੋਗੇ ਤਾਂ ਜਿਹੜੇ ਤੁਹਾਡੇ ਵਿਕਾਸ ਹੋ ਰਿਹਾ, ਪੰਜਾਬ ਮੰਡੀ ਬੋਰਡ 6% ਟੈਕਸ ਲੈ ਰਿਹਾ, ਇਹ ਮੰਡੀ ਖਤਮ, ਇਹ ਰਹੇਗੀ ਮੰਡੀ? ਫਿਰ ਇਹ ਮੰਡੀ ਰਹੇਗੀ? ਉਹ ਮੰਡੀ 'ਚ ਮਹਿੰਗੀ 'ਚ ਜਾਓਗੇ ਤੁਸੀਂ, ਸਸਤੀ 'ਚ ਜੇ ਤੁਸੀਂ ਸਸਤੀ 'ਚ ਆਈ ਨਾ। ਤੁਸੀਂ ਮੀਡੀਆ, ਤੁਹਾਨੂੰ ਵੀ ਕੋਈ ਚੀਜ਼ ਦਾ ਪਤਾ ਨਹੀਂ ਹੈਗਾ। ਪਿੱਛ ਲੱਗੂ, ਸਾਰੇ ਪਿੱਛ ਲੱਗੇ ਹੋਏ ਪਏ। ਇਹ ਮੰਡੀ ਕੋਈ ਬੰਦ ਨਹੀਂ ਹੋਣ ਚੱਲੀ। ਇਹਦੇ ਕੋਈ ਪੈਰਲਰ ਮੰਡੀ ਤੁਸੀਂ 2200 ਨੂੰ ਵੇਚੀ, 2000 ਤੇ ਕੌਣ ਲਊਗਾ? ਕੌਣ? ਪਹਿਲੇ ਵਿੱਚ ਨਾ ਬੋਲੋ, ਗੱਲ ਸੁਣੋ। ਪਹਿਲੇ ਵਿੱਚ ਬੋਲ ਕੇ ਤਾਂ ਗੱਲ ਫਿਰ ਮਰ ਗਈ ਗੱਲ। ਤੁਸੀਂ ਗੱਲ ਪਹਿਲੇ ਪੂਰੀ ਸੁਣੋ, ਆਪ ਦੇ ਵਿੱਚ ਨਾ ਮਤ ਲੜੋ। ਇਹ ਕਹਿੰਦੇ ਵੀ ਮੰਡੀ ਬਰਾਬਰ ਪੈਰਲਰ ਮੰਡੀ ਨਹੀਂ ਬਣਨੀ। ਇਹ ਕਿਸਾਨਾਂ ਦੀ ਡਿਮਾਂਡ ਸੀ, ਜਿਹੜੀ ਯੂਨੀਅਨ ਇਹਨਾਂ ਦੀ ਡਿਮਾਂਡ ਸੀ। ਪੈਰਲਰ ਮੰਡੀ ਦਾ ਮਤਲਬ ਕੀ ਹੈ ਕਿ ਅਗਰ ਕੰਟੈਕਟ ਫਾਰਮਿੰਗ ਹੁੰਦੀ ਹੈ, ਅਗਰ ਕੋਈ ਫਰੂਟ ਬੀਜਿਆ ਜਾਂਦਾ ਹੈ, ਅਗਰ ਕੋਈ ਸਬਜ਼ੀਆਂ ਲਾਈ ਜਾਂਦੀ ਹੈ, ਕੋਈ ਅਗਰ ਫੁੱਲ ਲਾਈ ਜਾਂਦਾ ਹੈ, ਕਿਹੜੀ ਚੀਜ਼ ਕਿੱਥੇ ਲੋੜ ਹੈ, ਉਹ ਜਿਹੜੀ ਬਾਹਰ ਦੀ ਬਾਹਰ ਵਿਕ ਕੇ ਚਲੀ ਜਾਏ, ਉਹਦੇ ਤੇ ਕੋਈ ਨਾ ਤਾਂ ਲੈ ਨਾਲ ਟੈਕਸ, ਨਾ ਵੇਚਣ ਨਾਲ ਟੈਕਸ। ਇਹ ਕੋਈ ਮੰਡੀ ਬੰਦ ਨਹੀਂ ਹੋਣੀ। ਮੰਡੀ ਦੇ ਵਿੱਚ ਤਾਂ ਕਿਸੇ ਆ ਥੋੜੀ ਹੈ ਕਿ ਮੰਡੀ ਕਾਨੂੰਨ ਦੇ ਵਿੱਚ ਲਿਖਤਾ ਮੰਡੀ ਬੰਦ ਹੋ ਜੂਗੀ। ਲਿਖੀ ਹੈ ਕਿ ਕਿਤੇ ਨਹੀਂ ਲਿਖੀ। ਮੰਡੀ ਵੀ ਚਲਦੀ ਰਹੂਗੀ। ਅਗਰ ਜਿਹਨੇ ਆਣਾ ਮੰਡੀ 'ਚ ਆ ਕੇ ਵੇਚੇਗਾ। ਅਗਰ ਬਾਹਰ ਕੋਈ ਸਬਜ਼ੀ ਲੱਗਦੀ ਹੈ, ਫੁੱਲ ਲੱਗਦਾ ਹੈ, ਔਰ ਚੀਜ਼ ਬਾਹਰ ਜਿਹਦੀ ਲੋੜ ਹੈ ਉੱਥੇ ਉਹ ਬਾਹਰ ਚਲੀ ਜਾਏਗੀ। ਇਸ ਚੀਜ਼ ਦੀ ਹੈ। ਇਹ ਤੁਹਾਡਾ ਸਾਰਾ ਪੱਖ ਹੈ ਜੈਨੀ ਸਾਹਿਬ, ਪਰ ਤੱਥ ਇਹ ਨਹੀਂ ਕਹਿੰਦੇ ਜਿੱਥੇ 2200 ਨੂੰ ਵਿਕ ਰਹੀ ਫਸਲ ਤੁਸੀਂ ਉੱਥੇ ਇੰਟਰਸਟਡ ਹੋ, 2000 ਤੇ ਇੰਟਰਸਟਡ ਹੀ ਨਹੀਂ ਤੁਸੀਂ, ਫਿਰ ਉੱਥੇ ਜਾਊਗਾ ਹੀ ਨਹੀਂ ਕੋਈ ਕਿਸਾਨ। ਫਿਰ ਉਹ ਸਟਰਕਚਰ ਬਿਹਾਰ ਦੇ ਵਿੱਚ ਸਟਰਕਚਰ ਖੜੇ ਨੇ ਮੰਡੀਆਂ ਦੇ ਉਦਾਂ ਹੀ। ਬਿਹਾਰ ਦੀ ਗੱਲ ਕਰਦੇ ਹੋ? ਇਹ ਮੰਡੀਆਂ ਬੰਦ ਕਿਹਨੇ ਕੀਤੀ ਸੀ ਬਿਹਾਰ 'ਚ? ਨਤੀਸ਼ ਕੁਮਾਰ ਨੇ।
ਚੌਥੀ ਵਾਰੀ ਮੁੱਖ ਮੰਤਰੀ ਬਣਿਆ ਹੈ। ਪੰਜਾਬ ਵਾਲੇ ਜ਼ਿਆਦਾ ਸਿਆਣੇ ਹੈਗੇ, ਉਹ ਕੰਬਲੇ ਆ ਬਿਹਾਰ ਵਾਲੇ, ਉਹਨਾਂ ਚੌਥੀ ਵਾਰੀ ਮੁੱਖ ਮੰਤਰੀ ਬਣਾਇਆ ਹੈ। ਕਿਵੇਂ ਬਣਾਤਾ ਫਿਰ? ਜੇ ਅਗਰ ਉਹ ਮਾੜੀ ਚੀਜ਼ ਹੁੰਦੀ ਤਾਂ ਉੱਥੇ ਤੇ ਵੋਟਰ ਸਿਆਣੇ ਨਹੀਂ ਹੈ, ਉਹ ਜਾਣਦੇ ਨਹੀਂ। ਵੋਟ ਪੋਲਿਟਿਕਸ ਦੇ ਵਿੱਚ ਵੋਟ ਅਲਾਈਅੰਸ ਵੀ ਹੁੰਦੇ ਨੇ। ਵੋਟ ਪੋਲਿਟਿਕਸ ਜਿਹੜੇ ਸਥਾਨਕ ਹਾਲਾਤ ਆ ਉਹਨਾਂ ਤੇ ਵੀ ਨਿਰਭਰ ਕਰਦੀ ਆ। ਜ਼ਰੂਰੀ ਨਹੀਂ ਕਿ ਬਿਹਾਰ ਦੇ ਵਿੱਚ ਵੀ ਖੇਤੀ ਸੈਕਟਰ, ਪੰਜਾਬ ਵੱਡਾ ਖੇਤੀ ਸੈਕਟਰ ਰਿਹਾ ਹਰੀ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ, ਕਿ ਤੁਸੀਂ ਵੀ ਆਪ ਹੀ ਖੁਦ ਕਹਿੰਦੇ ਪੰਜਾਬ ਰਿਹਾ ਹੈ ਤਾਂ ਪੰਜਾਬ ਨੂੰ ਮਾਨ ਸਨਮਾਨ ਸੈਂਟਰ ਸਰਕਾਰ ਦਿੰਦੀ ਰਹੀ ਹੈ। ਸਾਡੀ MSP ਅੱਜ ਵੀ ਜਾਰੀ ਹੈ, ਅਸੀਂ MSP ਸੇ ਫਸਲਾਂ ਵੇਚ ਰਹੇ ਹਾਂ, ਕੋਈ ਬੰਦ ਨਹੀਂ ਕਰ ਦਿੱਤੀ। ਇਹਦੀ ਪੈਰਲਰ ਅਗਰ ਕੋਈ ਦੂਸਰੀ ਚੀਜ਼ ਲੱਗਦੀ ਹੈ ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਜੜ ਰੱਖੀ ਹੈ ਇਹਨਾਂ ਦੀ, ਉਹ ਤਾਂ ਉਹਨਾਂ ਦਾ ਵੀ ਵਿਰੋਧ ਕਰਦੇ ਹੋ ਤੁਸੀਂ ਕਹਿੰਦੇ ਯਾਰ ਕਾਂਗਰਸ ਨੇ ਤਾਂ ਪਾਸ ਕੀਤਾ, ਪਹਿਲਾਂ ਕਿਉਂ ਨਹੀਂ ਵਿਰੋਧ ਕੀਤਾ? ਜਦੋਂ ਪੰਜਾਬ 'ਚ ਕੰਟੈਕਟ ਫਾਰਮਿੰਗ ਲਾਗੂ ਹੋਈ, ਵੱਡੇ ਘਰਾਣੋਂ ਲੈ ਕੇ ਆਏ, ਉਦੋਂ ਕਿਸਾਨ ਜਥੇਬੰਦੀਆਂ ਸੁੱਤੀ ਪਈਆਂ ਸੀ ਕਿ ਅਗਰ ਕਾਨੂੰਨ ਮਾੜਾ ਹੁੰਦਾ, ਅਗਰ ਕਾਨੂੰਨ ਕਾਲਾ ਸੀ, ਉਦੋਂ ਕਿਉਂ ਨਹੀਂ? ਇਹ ਕਾਨੂੰਨ ਕੋਈ ਕਾਲਾ ਨਹੀਂ ਹੈ, ਕਾਨੂੰਨ ਕਿਸਾਨ ਨੂੰ ਅੱਗੇ ਲੈ ਕੇ ਜਾਣ ਵਾਲਾ ਕਾਨੂੰਨ ਹੈ। ਮਾੜਾ ਕਾਨੂੰਨ ਅੱਛਾ ਕਿਸੇ ਤੇ ਬੌਂਡ ਤਾਂ ਹੈ ਨਹੀਂ, ਕੋਈ ਕਾਨੂੰਨ ਉਹ ਮਾੜਾ ਹੁੰਦਾ ਉਹਨੂੰ ਕਾਲਾ ਕਹੋ ਕਿ ਜਾਨੂੰ ਪ੍ਰਤੀਬੰਧ ਹੋਵੇ, ਤੁਸੀਂ ਇਹ ਕਰਨਾ ਹੀ ਕਰਨਾ। ਅੱਛਾ ਆਹ ਅਸੀਂ ਕਰਨਾ ਤਾਂ ਕਰੋ, ਨਹੀਂ ਕਰੋ। ਸਹਿਮਤ ਹੋ ਗਏ ਤੁਹਾਡੇ ਨਾਲ ਹੀ ਕਿ ਕਾਨੂੰਨ ਸਹੀ ਆ, ਕਾਨੂੰਨ ਕਿਸਾਨਾਂ ਨੂੰ ਆਮਦਨ ਦੁੱਗਣੀ ਕਰੇਗਾ। ਇਹ ਕਾਨੂੰਨ ਜਿਹੜੇ ਨਵੇਂ ਆਏ ਨੇ 2020, ਤਾਂ ਕੀ ਤੁਸੀਂ ਹੁਣ ਕਿਸਾਨਾਂ ਦੇ ਵਿੱਚ ਜਾ ਰਹੇ ਹੋ ਦੱਸਣ ਵੀ ਇਹ ਕਾਨੂੰਨ ਬਹੁਤ ਵਧੀਆ? ਕਿਉਂਕਿ ਜਥੇਬੰਦੀਆਂ ਨੇ ਵੀ ਦੱਸਿਆ ਵੀ ਕਾਨੂੰਨ ਮਾੜੇ ਆ, ਉਹ ਲੋਕਾਂ ਨੂੰ ਜਿਹੜਾ ਮੋਬਿਲਾਈਜ਼ ਕਰਕੇ ਲੈ ਕੇ ਗਏ, ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ? ਇੱਕ ਗੱਲ ਮੇਰੀ ਸੁਣੋ, ਕਿਸਾਨ ਜਥੇਬੰਦੀਆਂ ਦੇ ਪਿੱਛੇ ਗਰਮ ਖਿਆਲੀ ਕੁਛ ਅਜਿਹੇ ਲੋਕ ਲੱਗੇ ਨੇ। ਸਰਦਾਰਾ ਸਿੰਘ ਜ਼ੋਰ ਉਹਨਾਂ ਨੇ ਇੱਕ ਅਖਬਾਰ 'ਚ ਦਿੱਤੀ ਹੈ, 60 ਸਾਲ ਉਹਨਾਂ ਨੇ ਖੇਤੀ ਤੇ ਕੰਮ ਕੀਤਾ ਹੈ ਔਰ ਖੇਤੀ 24 ਦੇਸ਼ਾਂ ਨੂੰ ਉਹਨਾਂ ਨੇ ਪਾਲਿਸੀ ਬਣਾ ਕੇ ਦਿੱਤੀ ਹੈ। ਔਰ ਉਹ ਜਿੰਨਾ ਬੰਦਾ ਸਮਝਦਾਰ ਖੇਤੀ ਦਾ ਮਾਹਿਰ ਹੈ, ਉਹਨੇ ਇਹਨਾਂ ਕਾਨੂੰਨਾਂ ਦੀ ਪੱਖ ਪੂਰਿਆ ਹੈ। ਔਰ ਇਹਨੇ ਕਿਹਾ ਹੈ ਕਿ ਉਹਨੇ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਜੀ ਫਿਰ ਗੱਲ ਕਿਉਂ ਨਹੀਂ ਕਰਦੇ? ਉਹਨੇ ਗੱਲ ਕੀ ਕਹੀ ਹੈ, ਬੜੀ ਸ਼ਰਮ ਦੀ ਗੱਲ ਹੈ। ਉਹਨੇ ਕਿਹਾ ਕਿ ਦੇਖੋ ਮੈਂ ਤਾਂ ਫੇਸਬੁੱਕ ਅਕਾਊਂਟ ਹੀ ਬੰਦ ਕਰਤਾ ਕਿ ਇੰਨੀ ਬਦਤਮੀਜ਼ ਲੋਕ ਨੇ ਨੀਚੇ ਜਿਹੜੇ ਗਾਲਾਂ ਕੱਢਦੇ। ਫਿਰ ਉਹਨਾਂ ਨੇ ਅੱਗੇ ਇੱਕ ਗੱਲ ਹੋਰ ਵੀ ਕਹੀ ਸੀ ਇਹ ਗੱਲਾਂ ਦੇ ਨਾਲ ਕਿ ਜੇ ਲੋਕ ਕਹਿ ਰਹੇ ਆ, ਲੋਕ ਨਹੀਂ ਫਾਇਦਾ ਕਰਾਉਣਾ ਚਾਹੁੰਦੇ, ਲੋਕ ਭਲਾ ਨਹੀਂ ਚਾਹੁੰਦੇ, ਤਾਂ ਸਰਕਾਰ ਨੂੰ ਵਾਪਸ ਲੈ ਲੈਣੀ ਚਾਹੀਦੀ। ਦੇਖੋ ਵਾਪਸ ਲੈਣ ਦੇ ਕੀ ਵਾਪਸ ਦੇਖੋ ਇਹ ਗੱਲ ਮੇਰੀ ਸੁਣ, ਮਸਲਾ ਤਾਂ ਅੜਿਆ ਪਿਆ ਨਾ, ਸਰਕਾਰ ਰੱਦ ਨਹੀਂ ਕਰਨਾ ਚਾਹੁੰਦੀ, ਕਿਸਾਨ ਕਹਿੰਦੇ ਰੱਦ ਕਰਨੇ। ਫਿਰ ਇਹਦੇ ਵਿੱਚ ਰਸਤਾ ਕੀ ਹੈ? ਪੰਜਾਬ ਦੇ ਇੰਨੇ ਲੋਕ ਉੱਥੇ ਸ਼ਹੀਦੀਆਂ ਹੋ ਰਹੀਆਂ ਨੇ, ਇੰਨੇ ਸੋਰਸ ਲੱਗ ਰਹੇ ਨੇ ਪੰਜਾਬ ਦੇ ਉੱਥੇ, ਪਹਿਲਾਂ ਹੀ ਜਿਹੜਾ ਵਿੱਤੀ ਸੰਕਟ ਦੇ ਵਿੱਚ ਪੰਜਾਬ ਹੈ, ਪਹਿਲਾਂ ਹੀ ਕਰਜ਼ਿਆਂ ਦੇ ਵਿੱਚ ਦੱਬਿਆ ਹੋਇਆ ਪੰਜਾਬ ਹੈ, ਉਹ ਉੱਥੇ ਬੈਠਾ ਉੱਥੇ ਹੋਰ ਕੰਗਾਲੀ ਦੇ ਵੱਲ ਜਾ ਰਿਹਾ। ਤੇ ਫਿਰ ਸੋਲੂਸ਼ਨ ਕੀ ਆ ਉਹਨਾਂ ਕਿਸਾਨਾਂ ਦਾ? ਤੁਸੀਂ ਕੀ ਕੀਤਾ ਉਹਨਾਂ? ਕਿਸਾਨ ਜਿਹੜੇ ਨਾ ਜੀ, ਕਿਸਾਨ ਮਤਲਬ ਨਾ ਜੀ ਮੋਦੀ ਦਾ ਚਿਹਰਾ ਖਰਾਬ ਕਰਨ ਨੂੰ ਬੈਠੇ ਨੇ। ਕੋਈ ਕਾਨੂੰਨਾਂ ਦਾ ਵਿਰੋਧ ਹੋ ਤਾਂ ਮੈਂ ਤਾਂ ਕਹਿੰਦਾ ਉਦੋਂ ਹੀ ਕਰਨਾ। ਮੈਂ ਉਹੀ ਕਿਸਾਨ ਨੇ ਜਿਹੜੇ ਜੰਡ ਵਾਲਾ ਮੀਰਾ ਸਾਂਗਲਾ ਤੋਂ ਇੱਕ ਤੁਹਾਨੂੰ ਵੀ ਵੋਟ ਕਰਦੇ ਰਹੇ ਨੇ, ਤੁਹਾਡੇ ਨਾਲ ਉਹ ਜਿਹੜਾ ਮਾੜਾ ਦੌਰ ਸੀਗਾ ਅੱਤਵਾਦ ਤੋਂ, ਉਦੋਂ ਵੀ ਉਹ ਕਹਿੰਦੇ ਜੈਨੀ ਸਾਹਿਬ ਦਾ ਮੈਂ ਹਮਾਇਤੀ ਰਿਹਾ, ਤੇ ਹਜੇ ਵੀ ਤੁਹਾਡੇ ਤੋਂ ਆਸਾ ਲਾਈ ਬੈਠੇ ਸੀ ਉਹ ਵੀ ਜੈਨੀ ਸਾਹਿਬ ਸਾਡੇ ਹੱਕ ਦੇ ਵਿੱਚ ਆ ਜਾਣਗੇ। ਉਹੀ ਕਿਸਾਨ ਨੇ, ਉਹ ਮੋਦੀ ਦੇ ਵਿਰੋਧੀ ਕਿਵੇਂ ਹੋ ਗਏ? ਤਾਂ ਤੁਹਾਨੂੰ ਅਜੇ ਸਤਿਕਾਰ, ਤੁਹਾਡੀ ਰਿਸਪੈਕਟ ਕਰਦੇ ਨੇ। ਮੇਰੀ ਗੱਲ ਸੁਣੋ, ਕਿਸਾਨਾਂ ਨੂੰ ਪੁੱਛ ਲਓ ਕੀ ਚਾਹੁੰਦੇ ਹੋ, ਆਪਦੀ ਪ੍ਰਪੋਜ਼ਲ ਤਾਂ ਦੇਣ ਵੀ ਤੁਸੀਂ ਚਾਹੁੰਦੇ ਕੀ ਹੋ। ਉਹਨਾਂ ਨੂੰ ਪੁੱਛੋ ਤੁਸੀਂ ਕੀ ਚਾਹੁੰਦੇ ਹੋ, ਕਿਸਾਨ ਹਿੱਤ ਦੇ ਵਿੱਚ ਕੀ ਹੋਣਾ ਚਾਹੀਦਾ, ਪੁੱਛੋ ਤਾਂ ਸਹੀ। ਉਹ ਕੁਝ ਨਹੀਂ ਦੱਸ ਸਕਦੇ। ਉਹ ਕੋਈ ਗੱਲ ਕਹਿੰਦਾ ਕਾਨੂੰਨ ਵਾਪਸ ਲਿਓ, ਕੀ ਕਾਨੂੰਨ ਵਾਪਸ ਲੈਣ ਵਾਲੇ ਕਿਸਾਨੀ ਤਰੱਕੀ ਕਰ ਜੂਗੀ, ਕਿਸਾਨ ਖੁਸ਼ਹਾਲ ਹੋ ਜਾਊਗਾ? ਦੱਸੋ ਮੈਨੂੰ। ਔਰ ਕਾਨੂੰਨ ਕਿੱਥੇ ਨੂੰ ਕੋਈ ਫੋਰਸਲੀ ਕਰਦਾ ਹੋਵੇ ਨਾ ਤਾਂ ਕਈ ਵੀ ਕਾਨੂੰਨ ਬੜਾ ਮਾੜਾ ਬਣਾਤਾ ਜੀ, ਇਹ ਸਾਨੂੰ ਫੋਰਸਲੀ ਕਰ ਰਿਹਾ। ਤਾਂ ਮਰਜ਼ੀ ਹੈ ਸਾਡੀ, ਅਸੀਂ ਕੰਟੈਕਟ ਫਾਰਮਿੰਗ ਕਰੀਏ ਨਾ ਕਰੀਏ, ਜੋ ਮਰਜ਼ੀ ਆਜ਼ਾਦ, ਸਾਨੂੰ ਆਜ਼ਾਦ ਕੀਤਾ ਹੋਇਆ, ਸਾਡੀ ਇੱਛਾ ਹੈ, ਕਿਸਾਨ ਦੀ ਇੱਛਾ ਹੈ। ਅਗਰ ਠੇਕੇ ਤੇ ਦੇਵੇ, ਕੰਟੈਕਟ ਫਾਰਮਿੰਗ ਕਰੇ, ਮੰਡੀ ਵੇਚੇ, ਬਾਹਰ ਵੇਚੇ, ਜਿੱਥੇ ਮਰਜ਼ੀ ਵੇਚੇ, ਜਿੰਨਾ ਮੋਦੀ ਸਾਹਿਬ ਨੇ ਕਿਸਾਨ ਨੂੰ ਆਜ਼ਾਦ ਕੀਤਾ ਹੈ ਕੋਈ ਨਹੀਂ ਕਰ ਸਕਦਾ। ਮਸਲਾ ਤਾਂ ਇਹ ਹੈ ਨਾ ਜੀ, ਲੋਕਾਂ ਨੂੰ ਦੱਸੂਗਾ ਕੌਣ ਵੀ ਤੁਹਾਨੂੰ ਤੁਹਾਡਾ ਫਾਇਦਾ ਹੋ ਗਿਆ? ਹੁਣ ਤੁਸੀਂ ਜਾ ਕੇ ਦੱਸੋ ਬੀਜੇਪੀ ਦਾ ਵਿਰੋਧ ਹੋ ਰਿਹਾ। ਜੈਨੀ ਸਾਹਿਬ ਹਰ ਘਰ ਦੇ ਵਿੱਚ ਤੁਸੀਂ ਕਹਿੰਦੇ ਹੋ ਗੁੰਮਰਾਹ ਕਰਕੇ ਲੈ ਗਏ ਕੁਝ ਕਾਮਰੇਡ, ਹਰਜੀਤ ਗਰੇਵਾਲ ਜਿੰਨੀ ਵੀ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਕਾਮਰੇਡ ਗੁੰਮਰਾਹ ਕਰਕੇ ਮਾਓਵਾਦੀ ਹੈ ਜਿਹੜੇ ਕਿਸਾਨਾਂ ਨੂੰ ਲੈ ਗਏ। ਨਹੀਂ ਤੁਸੀਂ ਇੱਕ ਮੇਰਾ ਕੁਐਸਚਨ ਕੰਪਲੀਟ ਹੋ ਲੈਣ ਦਿਓ। ਤਾਂ ਤੁਸੀਂ ਕਿਉਂ ਨਹੀਂ ਕਿਸਾਨਾਂ ਦੇ ਵਿੱਚ ਜਾ ਰਹੇ, ਤੁਸੀਂ ਕਿਉਂ ਨਹੀਂ ਦੱਸ ਰਹੇ? ਕਿਉਂਕਿ ਹਰ ਘਰ ਦੇ ਵਿੱਚ ਅੱਜ ਕੱਲ੍ਹ ਐਜੂਕੇਸ਼ਨ ਹੈਗੀ ਆ, ਹਰ ਘਰ ਦੇ ਵਿੱਚ ਸਿੱਖਿਅਤ ਲੋਕ ਬੈਠੇ ਨੇ। ਇੱਕ ਕਿਸੇ ਦਾ ਧੀ ਪੁੱਤ ਪੜ੍ਹਿਆ ਹੋਊਗਾ, ਕਿਸੇ ਦਾ ਮਾਂ ਪਿਓ ਨਹੀਂ। ਅਸੀਂ ਕਾਨੂੰਨ ਦੀ ਗੱਲ ਹੀ ਨਹੀਂ ਕਰਨਾ, ਅਸੀਂ ਤਾਂ ਵਿਰੋਧ ਮੋਦੀ ਦਾ ਕਰਨਾ, ਬੀਜੇਪੀ ਦਾ ਕਰਨਾ। ਕਾਨੂੰਨ ਦੀ ਗੱਲ ਕਰਨ ਹੈ। ਜੇ ਅਗਰ ਸਾਡੇ ਤੁਸੀਂ ਕਹਿੰਦੇ ਤੁਸੀਂ ਜਾਓ, ਉਹ ਸਾਡੀ ਕੋਈ ਗੱਲ ਸੁਣਦਾ ਹੈ ਤਾਂ ਜਾਈਏ। ਅਸੀਂ ਮੈਂ ਤਾਂ 1.5 ਮਹੀਨਾ ਲਾ ਕੇ ਆਏ, ਇਹ ਸੁਣਦੇ ਹੀ ਨਹੀਂ। ਇਹ ਕਹਿੰਦਾ ਅਸੀਂ ਕਿਸੇ ਨੂੰ ਆਉਣ ਨਹੀਂ ਦੇਣਾ, ਨਾਲ ਬਹਿਣ ਨਹੀਂ ਦੇਣਾ। ਤਾਂ ਠੀਕ ਹੈ, ਫਿਰ ਨਾ ਬਹਿਣ ਤਾਂ ਅਸੀਂ ਕਦੋਂ ਕਹਿੰਦੇ ਤੁਹਾਡੇ ਨਾਲ ਬਹਿਣਾ? ਅਸੀਂ ਕਹਿੰਦੇ ਕਾਨੂੰਨ ਅੱਛੇ ਹੈ, ਅਸੀਂ ਸਾਡੀ ਗੱਲ ਨਹੀਂ ਰੱਖ ਸਕਦੇ। ਜਾਂ ਤਾਂ ਫਿਰ ਸਾਡੇ ਨਾਲ ਡਿਬੇਟ ਕਰ ਲੈਣ, ਸਾਡਾ ਡਿਬੇਟ ਕਰ ਲੈਣ। ਲਾਜਾ ਕਿਹੜਾ ਕਰਦਾ, ਦੱਸ ਦਿਓ ਕਾਨੂੰਨ ਕਾਲਾ ਕਿਹੜੇ ਪਾਸੇ ਹੈ। ਮੈਂ ਤੁਹਾਡੇ ਰਾਹੀਂ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਦੋਂ ਸੁੱਤੇ ਪਏ ਸੀਗੇ ਕਿ ਜਦੋਂ ਕੈਪਟਨ ਸਾਹਿਬ ਨੇ ਵੱਡੇ ਘਰਾਣਾ ਵਾਸਤੇ ਬੂਹੇ ਖੋਲੇ ਸੀ, ਉਦੋਂ ਸੁੱਤੇ ਸੀ? ਜਦੋਂ ਕੰਟੈਕਟ ਫਾਰਮਿੰਗ ਕਾਨੂੰਨ ਪੰਜਾਬ 'ਚ ਪਹਿਲੇ ਬਣਿਆ ਸੀ, ਮੋਦੀ ਸਾਹਿਬ ਨੇ ਤਾਂ ਪੰਜਾਬ ਨੂੰ ਦੇਖ ਕੇ ਕਾਨੂੰਨ ਬਣਾਇਆ ਹੈ। ਤੇ ਫਿਰ ਵਿਰੋਧ ਜੇ ਹੁੰਦਾ ਕਾਨੂੰਨਾਂ ਦਾ ਤਾਂ ਪਹਿਲੇ ਅਸੀਂ ਕਰਦੇ, ਔਰ ਬਾਅਦ 'ਚ ਅਗਰ ਵਿਰੋਧ ਕੀਤਾ ਤਾਂ ਪੰਜਾਬ ਨੇ ਕੀਤਾ। ਔਰ ਪੰਜਾਬ ਹਰਿਆਣੇ 'ਚ ਤਾਂ ਜ਼ਿਆਦਾ ਹੈ ਜੀ, ਹਰਿਆਣੇ 'ਚ ਸਰਕਾਰ ਵੀ, ਹਰਿਆਣੇ 'ਚ ਚਡੂਣੀ ਸਾਹਿਬ ਜਿਹੜਾ ਹੈ ਉਹ ਹੁੱਡਾ ਸਾਹਿਬ ਦਾ ਖਾਸ ਹੈ, ਇੱਕਦਮ
ਔਰ ਹੁੱਡਾ ਸਾਹਿਬ ਜਿਹੜੇ ਆ ਉਹ ਹਮੇਸ਼ਾ ਹੀ ਰਾਜਨੀਤੀ ਜਿਹੜੀ ਹੈ ਉਹ ਮਤਲਬ ਖੱਟਰ ਨੂੰ ਨਹੀਂ ਚਾਹੁੰਦੇ, ਉਹ ਚਾਹੁੰਦੇ ਵੀ ਇਸੇ ਦਾਅ ਨਾਲ ਮੇਰਾ ਦਾਅ ਲੱਗ ਜੇ। ਰਾਜਨੀਤੀ ਜਿਹੜੇ ਸਾਰੇ ਆਪਣਾ ਆਪਣਾ ਦਾਅ ਲਾਗਣ ਨੂੰ ਫਿਰਦੇ, ਕਿਸਾਨ ਇੱਥੇ ਸੀ ਕੋਈ ਨਹੀਂ ਹੈ। ਤੇ ਫਿਰ ਤੁਸੀਂ ਕਹਿੰਦੇ ਹੋ ਮੈਂ ਆ ਕਿਸਾਨਾਂ ਦੇ ਨਾਲ, ਤੇ ਫਿਰ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰਾਓ ਨਾ। ਲਟਕਿਆ ਹੋਇਆ ਉਹ ਤਾਂ ਲਟ ਕੇ ਬੈਠੇ ਹੋ। ਅਸੀਂ ਤਾਂ ਇੱਥੋਂ ਤੱਕ ਕਹਿਤਾ ਕਿ ਕਿਸਾਨ ਜਿਹੜੇ ਆਤਮ ਹੱਤਿਆ ਕਰ ਰਹੇ ਕਰਜ਼ੇ ਕਰਕੇ ਕਰ ਰਹੇ। ਅਸੀਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਆਪਾਂ ਕਰਜ਼ੇ ਕਿਸਾਨ ਨੂੰ ਕਰਜ਼ਾ ਮੁਕਤ ਕਰਾਈਏ। ਕਰਜ਼ਾ ਮੁਕਤ ਹੈ ਤੁਹਾਡੇ ਕੋਲ? ਸੁਣੋ ਮੇਰੀ ਗੱਲ, ਹਾਂ ਪ੍ਰਪੋਜ਼ਲ ਦਿੱਤੀ ਹੈ ਯਾਰ, 20 ਵਾਰੀ ਤੁਸੀਂ ਸੁਣਦੇ ਤਾਂ ਹੋ ਨਹੀਂ, ਮੈਂ ਦਿੱਤੀ ਹੈ ਪ੍ਰਪੋਜ਼ਲ। ਕਰਜ਼ਾ ਮੁਕਤ ਕਰਾਈਏ, ਮੁਫਤ ਨਾ ਕਰਾਈਏ। ਅਸੀਂ ਯੋਜਨਾ ਵੀ ਦੱਸੀ ਕਿ ਕਿਸਾਨ ਨੇ ਅਗਰ ਕਿੱਥੇ ਲੈ ਲਿਆ ਕਰਜ਼ਾ ਬੈਂਕ ਤੋਂ, ਵਿਆਜ ਜਿਹੜਾ ਉਹ ਛੁਡਾ ਦਿੱਤਾ ਜਾਏ। ਕਿਸਾਨ ਦਾ ਵਿਆਜ ਛੁਡਾ ਕੇ ਜਿਹੜਾ ਕਿਸਾਨ ਦਾ ਮੂਲ ਹੈ, ਭਾਵੇਂ 1.5 ਲੱਖ 2 ਲੱਖ ਰੁਪਇਆ, ਉਹ ਕਿਸਾਨ ਨੂੰ ਪੁੱਛ ਲਿੱਤਾ ਜਾਵੇ ਵੀ ਤੂੰ ਕਿੰਨੀ ਕਿਸ਼ਤਾਂ ਵਧਾਉਣੀ ਚਾਹੁੰਦਾ ਹੈ। ਅਗਰ ਕਿਸਾਨ ਕਹੇ 20 ਕਿਸ਼ਤਾਂ 10 ਕਿਸ਼ਤਾਂ 19 ਕਿਸ਼ਤਾਂ ਬਣ ਦਿਓ, ਤਾਂ ਬੈਂਕ ਕੋਲ ਵੀ ਪੈਸਾ ਆ ਜਾਊਗਾ, ਕਿਸਾਨ ਕਰਜ਼ੇ ਤੋਂ ਮੁਕਤ ਹੋ ਜਾਊਗਾ, ਤਾਂ ਕਿ ਬੈਂਕਾਂ ਦੇ ਵੀ ਕੰਮ ਚੱਲ ਜੂ, ਸੁਸਾਇਟੀਆਂ ਦੇ ਵੀ ਚੱਲ ਜੂ, ਔਰ ਕਿਸਾਨ ਵੀ ਭਲਾ ਹੋ ਜਾਊਗਾ। ਇਹ ਚੀਜ਼ਾਂ ਮੰਨਦੇ ਨਹੀਂ, ਇਹ ਤਾਂ ਸਿਰਫ ਕਹਿੰਦੇ ਕਾਨੂੰਨ ਰੱਦ ਕਰੋ। ਮੈਂ ਕਹਿਣਾ ਚਾਹੁੰਦਾ ਕਿ ਚਲੋ ਤੁਸੀਂ ਮੀਟਿੰਗ ਜੇ ਨਾ ਆਖੋ, ਤੁਸੀਂ ਜਥੇਬੰਦੀਆਂ ਨੂੰ ਆਖੋ, ਆ ਪੁੱਛੋ, ਤੁਸੀਂ ਪੁੱਛ ਲਿਆ ਜੇ ਜਥੇਬੰਦੀਆਂ ਨੂੰ ਵੀ ਤੁਸੀਂ ਦੱਸੋ ਆਪਾਂ ਕਿਸਾਨ ਦੇ ਭਲੇ ਵਾਸਤੇ ਕੀ ਕਰਨਾ ਚਾਹੁੰਦੇ ਆ। ਉਹ ਜਵਾਬ ਹੀ ਨਹੀਂ ਉਹਨਾਂ ਕੋਲੇ, ਉਹ ਕਹਿੰਦੇ ਰੱਦ ਕਰੋ। ਮੈਂ ਸਵਾਲ ਲੈ ਕੇ ਜਾਊਂਗਾ ਤੁਹਾਡੇ। ਹਾਂ ਲੈ ਜਾਓ, ਉਹਨਾਂ ਨੂੰ ਪੁੱਛੋ ਵੀ ਤੁਸੀਂ ਚਲੋ ਕਾਨੂੰਨ ਇੱਕ ਪਾਸੇ ਪਏ ਹੈ, ਔਰ ਕਾਨੂੰਨ ਰੱਦ ਦੀ ਗੱਲ ਕਰਦੇ ਨਾ, ਉੱਥੇ ਸਰਕਾਰ ਨੇ ਇਹ ਵੀ ਕਹਿਤਾ ਕਿ ਵੀ ਚਲੋ ਤੁਸੀਂ ਰੱਦ ਦੀ ਚਾਹੁੰਦੇ ਹੋ, ਅਸੀਂ ਇਹਨੂੰ 2 ਸਾਲ 2 ਸਾਲ ਹੋਲਡ ਕਰ ਲੈਂਦੇ ਹਾਂ, ਕਮੇਟੀ ਬਣਾ ਲੈਂਦੇ ਹਾਂ, ਔਰ ਕਮੇਟੀ ਹੋਰ ਟਾਈਮ ਲੈ ਲੈ ਠੰਡੇ ਬਸਤੇ ਪਾ ਦਿਓ। ਆ ਵੀ ਕਹਿਤਾ। ਹੁਣ ਇਹ ਤਾਂ ਨੱਕ ਵੱਢਣ ਨੂੰ ਫਿਰਦੇ ਆ। ਹੋਰ ਬੋਲੋ, ਨੱਕ ਕਿਵੇਂ ਵਢਾ ਲਵੇ ਕੋਈ? ਇਹ ਤਾਂ ਨੱਕ ਵੱਢਣ ਨੂੰ ਫਿਰਦੇ ਆ, ਇਹਨਾਂ ਦਾ ਕੰਮ ਹੈ ਨੱਕ ਵੱਢਣਾ। ਅਗਰ ਸਰਕਾਰ ਨੇ ਕਹਿਤਾ ਕਿ ਤੁਸੀਂ ਇਹਨੂੰ ਕਾਨੂੰਨ ਨਹੀਂ ਚਾਹੁੰਦੇ ਤਾਂ ਰੱਦ ਸਾਡੀ ਮਜਬੂਰੀ ਹੈ। ਤੁਸੀਂ ਇਹਨੂੰ ਐਵੇਂ 2 ਸਾਲ ਹੋਲਡ ਕਰਦੇ ਆ, ਔਰ ਇਹਨੂੰ ਮਤਲਬ ਕਮੇਟੀ ਬਣਾ ਦਿੰਦੇ, ਔਰ ਟਾਈਮ ਲੈ ਲਵੇ, ਠੰਡੇ ਬਸਤੇ ਚ ਗਈ। ਔਰ ਕਿੰਨੇ ਕਾਨੂੰਨ ਮਾਪੇ, ਸਰਕਾਰ ਨੂੰ ਮਾਪੇ ਕਿਹਾ ਜਾਂਦਾ, ਪਿਓ ਕਿਹਾ ਜਾਂਦਾ। ਜੇ ਬੱਚਾ ਜਿੱਦ ਕਰਕੇ ਕੋਈ ਚੀਜ਼ ਪਿਓ ਨੂੰ ਕਹਿ ਰਿਹਾ ਤਾਂ ਉਹ ਨੱਕ ਕਿੱਦਾਂ? ਸਟੇਟਾਂ ਹੈ ਇੱਥੇ, ਖਾਲੀ ਪੰਜਾਬ ਨਹੀਂ ਹੈ ਹਿੰਦੁਸਤਾਨ 'ਚ, ਕੋਈ ਖਾਲੀ ਇੰਨੇ ਕਿ ਨਹੀਂ ਹੈ। 28 ਸਟੇਟਾਂ, ਕਿੰਨੇ 'ਚ ਵਿਰੋਧ ਹੈ? ਕਿਹੜੀ ਯੂਪੀ ਇਧਰਲੇ ਪਾਸੇ ਟਿਕੈਤ ਬੈਠਾ ਹੈ, ਉਹ ਟਿਕੈਤ ਨੂੰ ਪੁੱਛੋ। ਉਹ ਟਿਕੈਤ ਦੇ ਵਿੱਚ ਵੀ ਹੋਇਆ, ਉਹ ਟਿਕੈਤ ਨਾਲ ਮੀਟਿੰਗ ਹੋਈ ਮੇਰੀ, ਟਿਕੈਤ ਨਾਲ ਮੀਟਿੰਗ ਹੋਈ। ਮੈਂ ਕਿਹਾ ਦੱਸੋ ਜੀ ਕਾਨੂੰਨ, ਮੈਂ ਅਸੀਂ ਤਾਂ ਚਲੋ ਬੀਜੇਪੀ ਦੇ ਹਾਂ, ਤੁਸੀਂ ਦੱਸੋ ਜੀ ਕਾਨੂੰਨਾਂ 'ਚ ਕੀ ਖੋਟ ਹੈ। ਬੋਲੇ ਅਸੀਂ ਤਾਂ ਐਸੇ, ਮੇਰੇ ਪਿਓ ਨੇ 32 ਸਾਲ ਐਸੇ ਚੀਜ਼ ਦੀ ਲੜਾਈ ਕੀਤੀ, ਮੇਰੇ ਪਿਓ ਨੂੰ ਤਾਂ ਆਤਮਾ ਦੀ ਸ਼ਾਂਤੀ ਹੁਣ ਮਿਲੀ ਹੈ। ਮੋਦੀ ਸਾਹਿਬ ਦਾ ਵਧਾਈ ਹੋਏ, ਅਖਬਾਰਾਂ 'ਚ ਦਿੱਤੀ ਉਹਨੇ। ਇਹ ਅਫੀਸ਼ੀਅਲ ਗੱਲ ਹੈ, ਆਫੀਸ਼ੀਅਲ ਨਹੀਂ ਹੈ, ਅਖਬਾਰਾਂ 'ਚ ਹੈ। ਕੋਈ ਤਾਂ ਕਟਿੰਗ ਲਿਆ ਮੰਗਵਾ ਦੇਣਾ, ਮੈਂ ਲੋਕਾਂ ਨੇ ਦੇਖੀਏ ਕਟਿੰਗ, ਉੱਥੇ ਅਸੀਂ ਵੰਡੀ ਵੀ ਆ, ਦੇਖ ਲਓ। ਤੇ ਫਿਰ ਹੁਣ ਇਹ ਰਾਜਨੀਤੀ ਕਰ ਰਹੇ ਡਗੈਰ ਸਾਹਿਬ। ਰਾਜਨੀਤੀ ਹੋਰ ਕੀ ਹੈ? ਰਾਜਨੀਤੀ ਜਿੱਥੇ ਵੜ ਜਾਂਦੀ ਹੈ, ਘਰ ਦੇ ਵੜ ਜਾਂਦੀ ਹੈ, ਘਰ ਖਤਮ ਹੋ ਜਾਂਦਾ ਹੈ। ਰਾਜਨੀਤੀ ਜਿੱਥੇ ਡੇਰੇ 'ਚ ਵੜ ਗਈ, ਡੇਰਾ ਖਤਮ। ਇਹ ਰਾਜਨੀਤੀ ਹਿੰਦੁਸਤਾਨ 'ਚ ਹੁਣ ਬੜੀ ਹੋਈ ਹੈ, ਔਰ ਬੇਮਤਲਬ ਦੀ ਬੜੀ ਹੋਈ ਹੈ। ਕੁਰਸੀਆਂ ਦੀ ਲੜਾਈ ਹੈ, ਸਭੀਆਂ ਦੀ ਕੁਰਸੀਆਂ ਦੀ ਅੱਖ ਹੈ। ਕਿਸਾਨ ਦਾ ਕੌਣ ਭਲਾ ਚਾਹੁੰਦਾ ਹੈ? ਯਾਰ ਕਿਸਾਨ ਦਾ ਭਲਾ ਚਾਹੁੰਦੇ ਹੁਣ ਤਾਂ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਅੱਜ ਕਿੱਥੇ ਤੋਂ ਕਿੱਥੇ ਅਸੀਂ ਚਲੇ ਜਾਂਦੇ। ਪੰਜਾਬ ਦੀਆਂ ਸਿਆਸੀ ਪਾਰਟੀਆਂ ਤਾਂ ਕਹਿ ਰਹੀਆਂ, ਕਾਂਗਰਸ ਵੀ ਕਹਿ ਰਹੀ ਹੈ ਅਸੀਂ ਮਤਾ ਲਿਆਂਦਾ, ਅਕਾਲੀ ਦਲ ਕਹਿ ਰਿਹਾ ਅਸੀਂ ਬੀਜੇਪੀ ਨਾਲੋਂ ਗੱਠਜੋੜ ਤੋੜ ਲਿਆ, ਆਮ ਆਦਮੀ ਪਾਰਟੀ ਕਹਿ ਰਹੀ ਅਸੀਂ ਵੀ ਨਾਲ। ਤੋੜ ਲਿਆ ਤਾਂ ਫਿਰ ਕੀ ਹੈ? ਤੋੜ ਲਿਆ ਤਾਂ ਅਲੱਗ ਲੜ ਲੈ, ਪਾਰਟੀਆਂ ਇਲੈਕਸ਼ਨ ਲੜਨਾ ਹੈ। ਔਰ ਜਿਹੜੀ ਅਨਿਲ ਜੋਸ਼ੀ ਦੀ ਗੱਲ ਕਰ ਰਹੇ ਵਿਚਾਲੇ ਰਹੇਗੀ। ਅਨਿਲ ਜੋਸ਼ੀ ਇਹ ਕਹਿੰਦੇ ਹੈ ਕਿ ਵੀ ਸਟੇਟ ਨੇ ਕੰਮ ਨਹੀਂ ਕੀਤਾ, ਸਮਝਾਇਆ ਨਹੀਂ। ਇਹ ਉਹ ਬੜੀ ਗਲਤ ਫਹਿਮੀ 'ਚ ਹੈ, ਉਹਨੂੰ ਸਭ ਪਤਾ ਹੈ। ਸਟੇਟ ਨੇ ਤਾਂ ਸਾਡੇ ਜਿਹੜੇ ਪ੍ਰਧਾਨ ਸਾਡੇ ਨੇ ਅਸ਼ਵਨੀ ਸ਼ਰਮਾ ਜੀ, ਜਿਸ ਦਿਨ ਸੰਘਰਸ਼ ਹੋਇਆ ਸੀ ਉਸੇ ਦਿਨ ਕਿਸਾਨਾਂ ਦੇ ਘਰੇ ਗਏ ਸਾਰਿਆਂ ਦੇ, ਔਰ ਕਿਸਾਨਾਂ ਨੂੰ ਜਾ ਕੇ ਕਿਹਾ ਵੀ ਦੱਸੋ ਅਸੀਂ ਤੁਹਾਡੀ ਕਰਦੇ। ਉਹਨਾਂ ਨੇ ਸੁਣੀ ਨਾ, ਉਹਨਾਂ ਨੇ ਕਮੇਟੀ ਬਣਾਤੀ, ਮੈਨੂੰ ਚੇਅਰਮੈਨ ਬਣਾਤਾ। ਉਦੋਂ ਦਾ ਅਸੀਂ ਉਹਨਾਂ ਦੇ ਨਾਲ ਲੱਗੇ ਹੋਏ ਹਾਂ, ਸਾਨੂੰ ਦਿੱਲੀ ਭੇਜਤਾ, ਔਰ ਅਸੀਂ ਇਹਨਾਂ ਦੇ ਨਾਲ ਮੀਟਿੰਗ ਕਰਾਉਣ ਵਾਸਤੇ ਲਗਾਤਾਰ ਅਸੀਂ ਇਹ ਕਹਤਾ ਵੀ 5-6 ਬੰਦੇ ਬੈਠ ਕੇ ਕੱਚਾ ਖਰੜਾ ਤਿਆਰ ਕਰ ਲਓ। ਆਪਾਂ ਚਾਹੀਦਾ ਕੀ ਹੈ? ਉਹ ਨਹੀਂ ਗੱਲ ਕਰਨੀ, ਰੱਦ ਕਰੋ, ਰੱਦ ਕਰੋ, ਯਸ ਨੋ ਕਰੋ। ਇਹ ਕੋਈ ਮੀਟਿੰਗਾਂ ਥੋੜੀ ਹੁੰਦੀ ਹੈ। ਹੁਣ ਤਾਂ ਪ੍ਰਪੋਜ਼ਲ ਵੀ ਕਿਸਾਨਾਂ ਨੇ ਭੇਜੀ ਹੈ, ਇੱਕ ਚਿੱਠੀ ਵੀ ਲਿਖੀ ਸੀ, ਉਹਦਾ ਕੋਈ ਜਵਾਬ ਨਹੀਂ ਆਉਂਦਾ। ਜੇ ਹੁਣ ਕੋਈ ਪ੍ਰਪੋਜ਼ਲ ਆਉਂਦੀ ਹੈ, ਤੁਸੀਂ ਵਿੱਚ ਕੜੀ ਬਣ ਸਕਦੇ ਹੋ ਇਨ ਫਿਊਚਰ? ਜੇ ਤੋਂ ਦੇਖੋ, ਮੈਂ ਕਿਸਾਨਾਂ ਦੇ ਵਿੱਚ, ਸਰਕਾਰ ਦੇ ਵਿੱਚ ਨਹੀਂ ਪੈਣਾ। ਮੈਂ ਪਿਆ ਜਾਇਆ 1.5 ਮਹੀਨੇ, ਕੋਈ ਮੰਨਦਾ ਹੀ ਨਹੀਂ, ਕੋਈ ਸੁਣਦਾ ਹੀ ਨਹੀਂ। ਕੋਈ ਆ ਕਹਿੰਦਾ ਵੀ ਤੁਸੀਂ ਦੂਰ। ਲੋਕਾਂ ਦੀਆਂ ਤੁਹਾਡੇ ਤੋਂ ਆਸਾਂ ਸੀਗੀਆਂ, ਫਿਰ ਉਹ ਟੁੱਟੀਆਂ ਸਮਝ। ਜਦੋਂ ਕੋਈ ਸੁਣਦਾ ਹੀ ਨਹੀਂ, ਖਾਸ ਤੌਰ ਤੇ ਤੁਹਾਡੇ ਫਾਜ਼ਿਲਕਾ ਮਾਨ ਨਾ ਮਹਿਮਾਨ, ਮੈਂ ਤੇਰਾ ਮਹਿਮਾਨ, ਬੇਮਤਲਬ ਦੇ ਵਿੱਚ ਬੜੀਏ। ਉਹ ਕਦਰ ਹੀ ਨਾ ਕਰਨ, ਉਹ ਗੱਲ ਹੀ ਨਾ ਸੁਣਨ, ਅਸੀਂ ਟਾਈਮ ਲੈ ਕੇ ਦਈਏ, ਉਸ ਟਾਈਮ ਤੋਂ ਜਾਣ ਹੀ ਨਾ, ਤੇ ਅਸੀਂ ਆਪ ਨੂੰ ਜਲੀਲ ਹੋਣਾ ਸੀ। ਦੇਖੋ, ਸਾਨੂੰ ਸਾਡੀ ਇੱਜ਼ਤ ਪਿਆਰੀ ਹੈ, ਕੋਈ ਚੀਜ਼ ਨਹੀਂ ਪਿਆਰੀ, ਇੱਜ਼ਤ ਪਿਆਰੀ ਹੈ। ਔਰ ਤੁਸੀਂ ਅਜੇ ਬੋਲ ਰਹੇ ਹੋ, ਹੁਣ ਕੁਝ ਲੋਕ ਥੱਲੇ ਕਮੈਂਟ ਕਰਨਗੇ, ਗੰਦੇ ਕਮੈਂਟ। ਮੈਂ ਕਹਾ ਉਹ ਤਾਂ ਆਪਦੇ ਪਿਓ ਦੇ ਹੀ ਨਹੀਂ ਹੈ। ਜਿਹੜੇ ਬੰਦੇ ਗਲਤ ਕਮੈਂਟ ਕਰਦੇ ਆ, ਪਿਓ ਦੇ ਨਹੀਂ ਹੈ, ਆਰਾਮ ਦੇ ਨੇ ਉਹ। ਵੀ ਤੁਸੀਂ ਗਲਤ ਕਿਸੇ ਨੂੰ ਗੱਲ ਕਰਦੇ ਹੋ, ਤੁਸੀਂ ਆ ਕੇ ਸਾਹਮਣੇ ਡਿਬੇਟ ਕਰੋ। ਪੀਠ ਪਿੱਛੇ ਕਰਦੇ ਹੋ ਤੁਸੀਂ, ਅਗਰ ਸ਼ੇਰ ਤੋਂ ਸਾਹਮਣੇ ਆ ਕੇ ਗੱਲ ਕਰੋ। ਟੈਲੀਫੋਨ ਕਰਦੇ ਆ, ਬਾਹਰੋਂ ਟੈਲੀਫੋਨ ਕਰਦੇ ਆ, ਗਲਤ ਬੋਲਦੇ ਆ, ਚਲੋ ਅਸੀਂ ਵੀ ਅੱਗੋਂ ਬੋਲ ਜਾਂਦੇ ਹਾਂ ਜਿਹੜੀ ਗੱਲ ਹੈਗੀ। ਜੇ ਅਗਰ ਸ਼ੇਰ ਹੋ ਤਾਂ ਉਹ ਸਾਹਮਣੇ ਬੈਠ ਕੇ ਗੱਲ ਕਰੋ ਨਾ, ਗਿੱਦੜਾ ਵਾਂਗੂ ਗੱਲ ਕਰਦੇ ਨੇ। ਕਰਨੀ ਚਾਹੋਗੇ ਡਿਬੇਟ ਕਿਸੇ ਮੈਂ ਕਿਹਾ ਲਿਆ, ਕੋਈ ਲਿਆਓ, ਰਾਜੇਵਾਲ ਲਿਆਓ, ਡਾਕਟਰ ਦਰਸ਼ਨਪਾਲ ਲਿਆਓ, ਗੱਲ ਤਾਂ ਕਰਨ। ਚੈਲੰਜ ਕਰ ਰਹੇ ਹੋ, ਅਸੀਂ ਵੀ ਖੁੱਲਾ ਚੈਲੰਜ ਹੈ ਯਾਰ, ਕੋਈ ਮਾੜੀ ਚੀਜ਼ ਥੋੜੀ ਹੈ। ਮੈਂ ਡਿਬੇਟ ਲਾਈਵ ਲਿਆਓ, ਹੁਣੇ ਲੈ ਲੈ ਲੈਣ ਤੇ
ਪਰ ਇੱਕ ਗੱਲ ਮੈਂ ਜਿਹੜੀ ਕਹਿੰਦਾ ਤੂੰ ਹੀ ਪੁੱਛ ਲਈ ਕਿ ਵੀ ਰਾਜੇਵਾਲ ਸਾਹਿਬ ਇੱਕ ਗੱਲ ਦੱਸ ਦਿਓ, ਜਾਣੇ ਨੂੰ ਅਸੀਂ ਪੁੱਛਿਆ ਸੀ, ਉਹ ਕਹਿੰਦਾ ਵੀ ਕਾਨੂੰਨ ਨੂੰ ਤੁਸੀਂ ਕਾਲੇ ਕਹਿੰਦੇ ਹੋ, ਔਰ ਆਪਾਂ ਪੰਜਾਬ ਦੇ ਵਿੱਚ ਸੀਗੇ ਜਦੋਂ ਵੱਡੇ ਘਰਾਣਿਆਂ ਦੀ ਆਪਾਂ ਗੱਲ ਕਰਦੇ ਆ, ਤੇ ਵੱਡੇ ਘਰਾਣੇ ਤਾਂ ਕੈਪਟਨ ਸਾਹਿਬ ਲੈ ਕੇ ਗਏ ਸੀ ਕਿ ਨਹੀਂ ਗਏ ਸੀ? ਮੈਂ ਝੂਠ ਕਹਿ ਰਿਹਾ ਕਿ ਇਹਦੇ ਮੀਡੀਆ 'ਚ ਹੈ, ਕੈਪਟਨ ਸਾਹਿਬ ਦੇ ਜਦੋਂ ਪ੍ਰੋਗਰਾਮ ਹੋਏ ਸੀ ਸਾਰੇ ਸਰਕਾਰ ਵੇਲੇ ਵੀ ਆਉਂਦੇ ਰਹੇ ਵੱਡੀ ਘਰਾਣੇ ਆਏ ਹੈ, ਅਸੀਂ ਕਦੋਂ ਕਹਿੰਦੇ ਆ ਕੈਪਟਨ ਸਾਹਿਬ ਦੀ ਯਾਰ? ਨਹੀਂ ਯਾਰ, ਮੈਂ ਕਹਿੰਦਾ ਨਾ ਵੀ ਕੰਟੈਕਟ ਫਾਰਮੀ ਅਸੀਂ ਬਾਦਲ ਸਾਹਿਬ ਦੇ ਨਾਲ ਅਸੀਂ ਕੀਤੀ ਹੈ, ਉਦੋਂ ਵਿਰੋਧ ਕਰਦੇ, ਉਦੋਂ ਕਿਉਂ ਨਹੀਂ ਵਿਰੋਧ ਕੀਤਾ? ਉਦੋਂ ਤਾਂ ਗੱਫੇ ਲੈਂਦੇ ਸੀਗਾ। ਆ ਜਿਹੜਾ ਲੱਖੋਵਾਲ ਸਾਹਿਬ ਹੈ ਉਹ ਤਾਂ 10 ਸਾਲ ਚੇਅਰਮੈਨ ਬਣਿਆ ਰਿਹਾ ਸੀਗਾ, ਕਿਸਾਨਾਂ ਤੋਂ ਜ਼ਿਆਦਾ ਦੇਸੀ ਬਣਦਾ ਰਿਹਾ, ਜਿੱਥੇ ਜਾ ਕੇ ਗੱਲ ਕਰਦਾ ਹੈ। ਉਦੋਂ ਕਿਉਂ ਨਹੀਂ? ਉਦੋਂ ਬੋਲਣਾ ਸੀ ਨਾ, ਫਿਰ ਉਦੋਂ ਜਦੋਂ ਚੇਅਰਮੈਨ ਸੀ ਇਹ ਮੰਡੀ ਬੋਰਡ ਦਾ, ਉਦੋਂ ਗੱਲ ਕਰਦੇ ਆ ਸਾਰੇ। ਲੱਖੇਵਾਲ ਸਾਹਿਬ ਨੂੰ ਸਟੇਜ ਤੋਂ ਚੜ੍ਹਨ ਨਹੀਂ ਦਿੱਤਾ ਸੀ, ਬੋਲਣ ਨਹੀਂ ਦਿੱਤਾ ਸੀ। ਤੇ ਲੱਖੇ ਸਾਹਿਬ ਵਾਲ ਦਾ ਮੁੰਡਾ ਤਾਂ ਉੱਥੇ ਫਿਰਦਾ ਨਾਲ, ਰੋਜ਼ ਸਾਡੇ ਨਾਲ ਬਹਿਸ ਕਰਦਾ ਹੈ, ਉਹਨੂੰ ਪੁੱਛੋ। ਹੁਣ ਅਗਲੀ ਗੱਲ ਹੈ, ਸਭ ਸਿਆਸੀ ਪਾਰਟੀਆਂ ਉਸ ਤਰ੍ਹਾਂ ਲੱਗ ਗਈਆਂ ਨੇ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਉਹਦੇ ਵਿੱਚ, ਤੇ ਅਕਾਲੀ ਦਲ ਬਸਪਾ ਨਾਲ ਚੜੀ ਗਈ, ਤੁਹਾਡਾ ਸਾਥ ਛੱਡ ਕੇ ਤੁਹਾਨੂੰ ਠੋਕਰ ਮਾਰਤੀ ਉਹ ਕਹਿੰਦੇ ਅਸੀਂ, ਤੇ ਬਸਪਾ ਦੇ ਨਾਲ ਹੱਥ ਉਹਨਾਂ ਦਾ ਮਿਲ ਚੁੱਕਿਆ, ਤੁਹਾਡਾ ਕੋਈ ਸਾਥੀ ਵੀ ਨਹੀਂ ਰਹਿ ਗਿਆ। ਕੀ ਸਿਆਸੀ ਭਵਿੱਖ ਬੀਜੇਪੀ ਦਾ ਕੀ ਹੋਏਗਾ ਪੰਜਾਬ ਦੇ ਵਿੱਚ? ਮੇਰੀ ਗੱਲ ਸੁਣੋ, ਤੁਹਾਨੂੰ ਨਹੀਂ ਪਤਾ ਭਾਰਤੀ ਜਨਤਾ ਪਾਰਟੀ ਵਰਲਡ 'ਚ ਸਭ ਤੋਂ ਵੱਡੀ ਪਾਰਟੀ ਹੈ, ਪਤਾ ਤੁਹਾਨੂੰ? ਔਰ ਦੂਸਰੀ ਵਾਰੀ ਸਰਕਾਰ ਬਣੀ ਹੈ, ਪਹਿਲਾਂ ਅਟਲ ਬਿਹਾਰੀ ਵਾਜਪਾਈ ਰਹੇ, ਜੋ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦਾ ਦੇਸ਼ ਦਾ ਭਲਾ ਕਰਾ, ਕਿਸੇ ਤੋਂ ਛੁਪਿਆ ਨਹੀਂ ਹੈ, ਔਰ ਕਾਂਗਰਸ ਨੇ ਕੁਝ ਨਹੀਂ ਕੀਤਾ। ਮਨਮੋਹਨ ਸਿੰਘ ਜੀ ਜਦੋਂ ਸੀ ਨਾ ਪ੍ਰਧਾਨ ਮੰਤਰੀ, ਉਦੋਂ ਜਰਨਲ ਨੇ ਗੱਲ ਕਹੀ ਸੀ, ਆਰਮੀ ਦੇ ਜਰਨਲ ਨੇ, ਵੀ ਸਾਡੇ ਕੋਲ 6 ਦਿਨ ਦਾ ਐਮੀਨੇਸ਼ਨ ਹੈ, 6 ਦਿਨ ਦਾ ਐਮੀਨੇਸ਼ਨ ਹਥਿਆਰ ਹੈ ਸਾਡੇ ਕੋਲੇ। ਜੇ ਚੀਨ ਔਰ ਪਾਕਿਸਤਾਨ ਨੇ ਕੋਈ ਗੜਬੜ ਕਰਤੀ 7ਵੇਂ ਦਿਨ ਹਥਿਆਰ ਸਾਨੂੰ ਹੱਥ ਖੜੇ ਕਰਨਾ, ਕਿੱਡੀ ਸ਼ਰਮ ਦੀ ਗੱਲ ਸੀਗੀ। ਅੱਜ ਉਹ ਚੀਨ ਔਰ ਪਾਕਿਸਤਾਨ ਜਿਹੜੇ ਮੋਦੀ ਸਾਹਿਬ ਗੁਰਾਂਦੇ ਆ, ਜਦੋਂ ਡਰਾਂਦੇ ਨਾ ਥਰ ਥਰ ਕੰਬਦੇ ਨੇ, ਇਹ ਦੇਸ਼ ਦੀ ਸ਼ਾਨ ਨਹੀਂ ਬਣੀ। ਗੱਲਾਂ ਕਰਦੇ ਆਪਾਂ ਅੱਜ ਅਸੀਂ ਆਕਸੀਜਨ ਦੀ ਤਾਂ ਕਮੀ ਆਈ ਹੈ ਹਸਪਤਾਲਾਂ ਚ, ਲਾਸ਼ਾਂ ਆਕਸੀਜਨ ਦੀ ਕਮੀ ਆਈ ਹੈ, ਇੱਕਦਮ ਮਹਾਮਾਰੀ ਆਈ ਹੈ, ਉਹਦੇ ਵਿੱਚ ਕੋਈ ਪ੍ਰੋਗਰਾਮ ਜਿਹੜਾ ਹੁੰਦਾ ਪਹਿਲੇ ਇਹਨਾਂ ਲੋਕਾਂ ਨੇ ਕਮੀ ਕਰਾਈ। ਇਹ ਲੋਕ ਕਹਿੰਦੇ ਸੀ ਮਹਾਮਾਰੀ ਹੈ ਹੀ ਨਹੀਂ, ਕਰੋਨਾ ਹੈ ਨਹੀਂ, ਮੋਦੀ ਮਜ਼ਾਕ ਕਰਦਾ ਹੈ, ਮੋਦੀ ਸਾਨੂੰ ਐਵੇਂ ਕਰਦਾ ਹੈ, ਕਰੋਨਾ ਕਿੱਥੇ ਹੈ, ਬਹਾਨੇ ਮਾਰ ਰਿਹਾ। ਨਹੀਂ ਕਰਦੇ ਸੀ ਅਸੀਂ ਤਾਂ ਇੰਜੈਕਸ਼ਨ ਨਹੀਂ ਲਵਾਉਣਾ, ਇੰਜੈਕਸ਼ਨ ਮਾੜਾ ਹੈ, ਇਲੈਕਸ਼ਨ ਜੇ ਇਹ ਹੋ ਜਾਊਗਾ, ਨਹੀਂ ਕਰਦੇ ਸੀ। ਦੱਸੋ, ਇਹ ਤਾਂ ਤੁਹਾਡੇ ਮੀਡੀਆ ਨਾਲ ਹੀ ਗੱਲ ਹੋਈ ਹੈ। ਅੱਜ ਇਹ ਸਾਰੇ ਇੰਜੈਕਸ਼ਨ ਲਵਾ ਰਹੇ ਨੇ, ਔਰ ਅੱਜ ਜੇਕਰ ਮੋਦੀ ਉਦੋਂ ਕਹਿੰਦੇ ਸੀ ਬਿਮਾਰੀ ਹੈ ਨਹੀਂ, ਔਰ ਆਪ ਸਟੇਜਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ, ਔਰ ਅੱਜ ਹੀ ਲੋਕ ਇਹ ਕਹਿੰਦੇ ਕਿ ਮੋਦੀ ਕੁਝ ਕਰਦਾ ਨਹੀਂ। ਕਮਾਲ ਹੈ। ਇਹ ਵਰਲਡ ਦੀ ਜਿਹੜੀ ਵੱਡੀ ਸਿਆਸੀ ਪਾਰਟੀ ਹੈ ਬੀਜੇਪੀ, ਪਰ ਪੰਜਾਬ ਦੇ ਵਿੱਚ ਇਹਦਾ ਕੀ ਭਵਿੱਖ ਹੈ? ਤੁਸੀਂ ਪੰਜਾਬ ਦੇ ਨਾਲ ਸੰਬੰਧਿਤ ਹੋ, ਕਿਉਂਕਿ ਤੁਹਾਡੇ ਪੁਰਾਣੇ ਸਾਥੀ ਤੁਹਾਡੇ ਤੋਂ ਬਿਲਕੁਲ ਹੁਣ ਤੁਹਾਡੇ ਨਾਲ ਸੁਭਾਵਨਾ ਨਹੀਂ ਰਹੀਆਂ। ਬਸਪਾ ਦੇ ਨਾਲ ਗੱਠਜੋੜ ਹੋ ਗਿਆ, ਉਹ ਕਹਿੰਦੇ ਸਾਡੀ 96 ਦੇ ਵਿੱਚ ਵੀ ਜਿਹੜੀ ਅਸੀਂ ਬਣਾਈ ਸੀ ਸਰਕਾਰ, ਤਾਂ ਹੁਣ ਵੀ ਸਾਡੇ ਜਿਹੜੇ ਚਾਂਸ ਬਣ ਰਹੇ ਨੇ 22 ਦੇ ਵਿੱਚ। ਚਲੋ ਯਾਰ ਦੇਖੋ, ਗੱਲ ਸੁਣੋ, ਇਲੈਕਸ਼ਨ ਸਾਰਿਆਂ ਨੇ ਲੜਨਾ ਹੈ। ਭਾਰਤੀ ਜਨਤਾ ਪਾਰਟੀ ਵੀ 117 ਸੀਟਾਂ ਤੇ ਇਲੈਕਸ਼ਨ ਲੜੇਗੀ, ਮੈਂ ਵੀ ਲੜਾਂਗਾ, ਆਪਦੇ ਅਸੀਂ ਡੱਬੇ ਵੰਡਾਂਗੇ, ਆਪ ਦੀ ਗੱਲ ਕਰਾਂਗੇ। ਬਾਕੀ ਲੋਕਾਂ ਦੇ ਹੱਥ ਵਿੱਚ ਹੈ, ਵੋਟ ਰਾਜ ਹੈ। ਲੋਕਾਂ ਨੇ ਅਗਰ ਜਿਹਨੂੰ ਮੁੱਖ ਮੰਤਰੀ ਬਣਾਉਣਾ ਉਹਨੂੰ ਬਣਾਉਣਗੇ, ਐਮਐਲਏ ਬਣਾਉਣਾ ਉਹਨੂੰ ਬਣਾਉਣਗੇ, ਕਿਸੇ ਦੇ ਜੇਬ 'ਚੋਂ ਵੋਟ ਤਾਂ ਕੱਢ ਕੇ ਲਿਆਂਦੇ ਨਹੀਂ। ਔਰ ਇੱਕ ਬਹੁਤ ਵੱਡੀ ਜਿਹੜੀ ਬੰਗਾਲ 'ਚ ਗੱਲ ਹੋਈ ਹੈ, ਈਵੀਐਮ ਦੇ ਕਿੰਨਾ ਦੋਸ਼ ਲਾਉਂਦੇ ਸੀ ਲੋਕ, ਹੁਣ ਬੋਲਦੇ ਨੇ, ਹੁਣ ਸਾਰਿਆਂ ਦੇ ਜੱਗ ਵਾਂਗੂ ਬਹਿ ਗਏ। ਉਦੋਂ ਈਵੀਐਮ ਆੜੀ ਹੈ, ਈਵੀਐਮ ਸਰਕਾਰ ਮੋਦੀ ਬਣ ਗਈ, ਈਵੀਐਮ ਨਾਲ ਮੋਦੀ ਬਣ ਗਿਆ। ਔਰ ਬੰਗਾਲ 'ਚ ਫਿਰ ਕੀ ਹੋਇਆ? ਹੁਣ ਅਬ ਈਵੀਐਮ ਅੱਛੀ ਹੋ ਗਈ। ਮਤਲਬ ਇਹ ਲੋਕਾਂ ਨੇ ਕੀ ਹੈ ਕਿ ਗੰਦੇ ਛੋਛੇ ਛੱਡਣਾ ਇਹਨਾਂ ਦੀ ਆਦਤ ਬਣ ਗਈ ਹੈ, ਔਰ ਇਹ ਦੇਸ਼ ਦਾ ਨੁਕਸਾਨ ਕਰ ਰਹੇ ਨੇ। ਜਥੇਬੰਦੀਆਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਜਥੇਬੰਦੀਆਂ ਇਸ ਦੀਆਂ ਸਭ ਤੋਂ ਵੱਡੀਆਂ ਦੋਸ਼ੀ ਨੇ। ਕਿਉਂ ਨਹੀਂ? ਤੁਸੀਂ ਕਿਉਂ ਨਹੀਂ ਹੈ? ਜਦੋਂ ਤੁਸੀਂ ਇੱਕ ਟਰੈਕ ਤੁਸੀਂ ਬੈਠੇ ਹੋ, ਇਹ ਸਰਕਾਰ ਕਿਹਦੀ ਹੈ? ਇਹ ਦੇਸ਼ ਕਿਹਦਾ ਹੈ? ਔਰ ਤੁਸੀਂ ਇਹ ਕਹਿੰਦੇ ਅਸੀਂ ਸ਼ਾਂਤੀਪੂਰਵਕ ਬੈਠੇ ਹੋ, ਤਾਂ ਸ਼ਾਂਤੀਪੂਰਵਕ ਤਾਂ ਭਾਰਤੀ ਜਨਤਾ ਪਾਰਟੀ ਦੇ ਅਸੀਂ ਲੋਕ ਬੈਠੇ ਆ। ਇਹ ਧਰਨੇ ਸਾਡੇ ਅਪਸ਼ਬਦ ਸਾਨੂੰ ਔਰ ਘੇਰਾ ਸਾਨੂੰ ਸਾਡੀ ਗੱਡੀਆਂ ਤੇ ਹੋਰ ਹੈ, ਅਸੀਂ ਬੈਠੇ ਅਮਨ ਸ਼ਾਂਤੀ ਨਾਲ। ਅਸੀਂ ਕਿਉਂ ਬੈਠੇ ਹਾਂ ਕਿ ਕਿਸਾਨ ਸਾਡੇ ਨੇ, ਇਹ ਆਪਣੇ ਨੇ, ਕੋਈ ਗੱਲ ਨਹੀਂ। ਕਿਸਾਨ ਅੰਨਦਾਤਾ ਹੈ, ਇੱਕ ਨਾ ਇੱਕ ਦਿਨ ਇਹਨਾਂ ਨੂੰ ਸਮਝ ਆਵੇਗੀ। ਇਹ ਕਹਿਣਗੇ ਵੀ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਛੇ, ਇਹੀ ਲੋਕ ਕਹਿਣਗੇ, ਤੁਹਾਡੇ ਮਾਧਿਅਮ ਨਾਲ ਕਹਿਣਗੇ ਵੀ ਅਸੀਂ ਬੜੀ ਗਲਤੀ ਕੀਤੀ। ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਵਰਗਾ ਬੰਦਾ ਨਹੀਂ, ਔਰ ਭਾਰਤੀ ਜਨਤਾ ਪਾਰਟੀ ਵਰਗੀ ਪਾਰਟੀ ਨਹੀਂ, ਇਹਨਾਂ ਲੋਕਾਂ ਨੇ ਕਹਿਣਾ। ਅਸੀਂ ਇਸ ਕਰਕੇ ਦੇਖੋ, ਇਹ ਲੋਕ ਸਾਡੇ ਨੇ, ਐਸੇ ਤੇ ਅਸੀਂ ਇਹਨਾਂ ਦੇ ਉਲਟ ਕੋਈ ਗੱਲ ਕਰੀਏ ਮਤਲਬ ਸ਼ੋਭਾ ਨਹੀਂ ਦਿੰਦੀ। ਤਾਂ ਅੰਦੋਲਨ ਬਹੁਤ ਲੰਬਾ ਜਾ ਸਕਦਾ ਜੀ, ਕੋਈ ਗੱਲਬਾਤ ਦਾ ਸੱਦਾ ਵੀ ਨਾ। ਅੰਦੋਲਨ ਤਾਂ ਹੁਣ ਕਿਸਾਨਾਂ ਦੇ ਹੱਥ ਵਿੱਚ ਹੈ ਨਾ, ਅੰਦੋਲਨ ਤਾਂ ਉਹਨਾਂ ਦੇ ਪਾਲੇ 'ਚ। ਸ਼ਾਂਤਪੂਰਵਕ ਬੈਠੇ ਆ ਬਸ, ਸਾਡੀ ਜਦੋਂ ਗੱਲ ਸੁਣੂਗੀ ਸਰਕਾਰ। ਸ਼ਾਂਤਪੂਰਵਕ ਕਿੱਥੇ ਬੈਠੇ ਹੋ ਯਾਰ? ਆ ਮੈਨੂੰ ਦੱਸ, ਕਿੱਥੇ ਸ਼ਾਂਤੀਪੂਰਵਕ ਉਹਨਾਂ ਦੀ? ਸ਼ਾਂਤਪੂਰਵਕ ਲਾਲ ਕਿਲੇ ਤੇ ਜਹਾਜ਼ ਛੱਡੇ। 26 ਜਨਵਰੀ ਦਾ ਸਾਡਾ ਸਭ ਤੋਂ ਵੱਡਾ ਮਹਾਨ ਦਿਨ ਹੁੰਦਾ ਹੈ। ਉਸ ਦਿਨ ਤਾਂ ਉਹ ਕਿੰਨੇ ਬਾਹਰ ਦੇ ਮਹਿਮਾਨ ਜਿਹੜੇ ਕੋਈ ਆਂਦਾ ਹੈ, ਕਿੰਨਾ ਸਾਡਾ ਉਹ ਦਿਨ ਸਾਡੇ ਵਾਸਤੇ ਪਵਿੱਤਰ ਹੈ। ਉਸ ਦਿਨ ਤਾਂ ਇਹ ਬਰਾਬਰ ਜਿਹੜੇ ਲਾਲ ਕਿਲੇ, ਯਾਰ ਕਿੱਥੇ ਸ਼ਾਂਤੀਪੂਰਵਕ ਇਹਨਾਂ ਦੀ? ਮੁੱਖ ਮੰਤਰੀ ਤਾਂ ਹੈਲੀਕਾਪਟਰ ਨਹੀਂ ਉਤਰਨ ਦਿੰਦੇ, ਔਰ ਜਿਹੜਾ ਕੋਈ ਜਾਂਦਾ ਉਹਦੇ ਘਰ ਸਾਡੇ ਘਰਾਂ ਦੇ ਅੱਗੇ 6-6 ਮਹੀਨੇ ਦੇ ਕੀ ਸ਼ਾਂਤੀਪੂਰਵਕ ਇਹਨਾਂ ਦੀ ਗੱਲ ਕਹਿਣ ਨੂੰ? ਸ਼ਾਂਤੀਪੂਰਵਕ ਤਾਂ ਦੇਖੋ ਯਾਰ, ਸ਼ਾਂਤੀਪੂਰਵਕ ਤਾਂ ਅਸੀਂ ਹੈਗੇ ਆ, ਅਸੀਂ ਜਰ ਰਹੇ ਹਾਂ, ਅਸੀਂ ਸਹਿ ਰਹੇ ਹਾਂ ਕਿ ਇਹ ਲੋਕ ਸਾਡੇ ਨੇ,
ਇੱਕ ਦਿਨ ਆਪਣੇ ਆਪ ਹੀ ਸਦਬੁੱਧੀ ਆਊਗੀ, ਰੱਬ ਦੇਊਗੀ, ਔਰ ਇਹ ਲੋਕ ਕਹਿਣਗੇ ਵੀ ਇਹ ਠੀਕ ਨੇ। ਜੋਸ਼ੀ ਸਾਹਿਬ ਇਹ ਵੀ ਗੱਲ ਕਹਿੰਦੇ ਨੇ ਨਾ ਨਾਲ ਦੀ ਨਾਲ ਕਿ ਬੀਜੇਪੀ ਦੇ ਗੇਟਾਂ ਦੇ ਮੂਹਰੇ ਜਿਹੜੇ ਪ੍ਰਦਰਸ਼ਨ ਚੱਲ ਰਹੇ ਆ ਜਾਂ ਜਿੱਥੇ ਵਿਰੋਧ ਹੋ ਰਿਹਾ, ਜਿਹੜੀ ਬੀਜੇਪੀ ਪੰਜਾਬ ਇਕਾਈ ਆ, ਉਹ ਤਾਂ ਇਹਨੂੰ ਮੈਡਲ ਦੇ ਤੌਰ ਤੇ ਲੈਂਦੀ ਹੈ ਤੇ ਸੈਂਟਰ ਦੇ ਮੂਹਰੇ ਇਸ ਤਰ੍ਹਾਂ ਰੱਖਦੀ ਹੈ ਕਿ ਅਸੀਂ ਕੋਈ ਵੱਡੀ ਪ੍ਰਾਪਤੀ ਕਰ ਰਹੇ ਹਾਂ ਪੰਜਾਬ ਦੇ ਵਿੱਚ, ਤੇ ਜਿਹੜੀ ਸੱਚਾਈ ਆ ਜੋਸ਼ੀ ਕੁਝ ਵੀ ਕਵੇ। ਹੁਣ ਜੋਸ਼ੀ ਅਜੇ ਮੰਤਰੀ ਬਣਿਆ ਸੀ ਉਦੋਂ ਤਾਂ ਝੂਟੇ ਲੈਂਦਾ ਸੀਗਾ, ਅੱਜ ਜੋਸ਼ੀ ਕੁਝ ਵੀ ਕਹਿੰਦਾ, ਅੱਜ ਜੋਸ਼ੀ ਕਹਿੰਦਾ ਪਾਰਟੀ ਸਭਾ ਤੋਂ ਤੂੰ ਕਰ ਲੈ, ਜੋਸ਼ੀ ਨੂੰ ਕਹਿੰਦੇ ਤੂੰ ਕਰ ਲੈ ਕਿਸਾਨਾਂ ਦੇ ਨਾਲ ਜਾ ਕੇ ਗੱਲ ਕਰ ਲੈ, ਗੱਲ ਕਰਾ ਦੇ ਗੱਲ। ਔਰ ਪਾਰਟੀ ਅਸੀਂ ਜਿਹੜੀ ਸਾਡੀ ਸਟੇਟ ਦੀ ਪਾਰਟੀ ਨੇ, ਸਾਡੇ ਅਸ਼ਵਨੀ ਸ਼ਰਮਾ ਜੀ ਨੇ, ਸਾਡੀ ਟੀਮ ਨੇ, ਅਸੀਂ ਤਾਂ ਦਿਨ ਰਾਤ ਕੰਮ ਕਰਦੇ ਹਾਂ। ਕੌਣ ਚਾਹੁੰਦਾ ਹੈ ਮੁਰਦਾਬਾਦ? ਚਾਹੁੰਦਾ ਹੈ ਕਿ ਕੋਈ? ਤੁਸੀਂ ਚਾਹੁੰਦੇ ਹੋ ਤੁਹਾਡੀ ਮੁਰਦਾਬਾਦ ਹੋਵੇ? ਕੌਣ ਚਾਹੁੰਦਾ ਦੱਸੋ? ਕੌਣ ਚਾਹੁੰਦਾ ਲੋਕ ਸਾਡੇ ਤੋਂ ਨਾਰਾਜ਼ ਹੋਏ? ਸਾਨੂੰ ਕੋਈ ਰਾਜ ਤਿਲਕ ਨਹੀਂ ਹੁੰਦਾ, ਵੋਟ ਨਾਲ ਸਰਕਾਰ ਬਣਦੀ ਹੈ, ਵੋਟਾਂ ਨਾਲ ਅਸੀਂ ਮੰਤਰੀ ਬਣਦੇ ਹਾਂ, ਵੋਟਾਂ ਨਾਲ ਐਮਐਲਏ ਬਣਦੇ ਹਾਂ। ਤੇ ਵੋਟਾਂ ਸਾਡੇ ਲੋਕਾਂ ਨੂੰ ਪਿਆਰ ਕਰਾਂਗੇ, ਪ੍ਰੇਮ ਕਰਾਂਗੇ ਤਾਂ ਬਣੂਗੀ। ਅਸੀਂ ਲੋਕਾਂ ਨੂੰ ਕੋਈ ਨਾਰਾਜ਼ ਕਰਨਾ ਚਾਹੁੰਦੇ ਹਾਂ, ਪਰ ਇੱਕ ਮਜਬੂਰੀ ਹੋਈ ਪਈ ਹੈ। ਕੀ ਮਜਬੂਰੀ ਸੀ? ਜਦੋਂ ਤੁਸੀਂ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ, ਲੋਕ ਤੁਹਾਨੂੰ ਹੱਥਾਂ ਤਲੀਆਂ ਤੇ ਚੱਕਦੇ ਸੀ। ਅੱਜ ਤੁਹਾਡੇ ਨਾਲ ਬਹਿਸ ਹੁੰਦੀ ਹੈ, ਕਿਤੇ ਵੀ ਤੁਸੀਂ ਬਾਹਰ ਫਾਜ਼ਿਲਕਾ ਦੇ ਵਿੱਚ ਜਾਂਦੇ ਹੋ ਤਾਂ ਤੁਹਾਡੇ ਤੋਂ ਮੰਗ ਹੁੰਦੀ ਹੈ। ਪ੍ਰਜਾਤੰਤਰ ਦੇ ਲੋਕਾਂ ਦਾ ਸਵਾਲ ਪੁੱਛਣ ਦਾ ਕੰਮ ਹੈ, ਉਹ ਸਾਡਾ ਜਵਾਬ ਦੇਖੋ। ਸਰਕਾਰ ਔਰ ਮੋਦੀ ਸਾਹਿਬ ਹੈ, ਉਹ ਲੋਕੀ ਮੋਦੀ ਸਾਹਿਬ ਤੋਂ ਜਵਾਬ ਮੰਗਣਗੇ, ਔਰ ਜਿਹੜਾ ਕੁਰਸੀ ਤੇ ਬੈਠਾ ਹੈ ਉਹਦੇ ਤੋਂ ਜਵਾਬ ਮੰਗਣਗੇ। ਜਿਸ ਪਾਰਟੀ ਦੀ ਸਰਕਾਰ ਹੈ ਉਹਦੇ ਤੋਂ ਮੰਗਣਗੇ, ਅਸੀਂ ਜਵਾਬ ਦੇਣ ਨੂੰ ਤਿਆਰ ਹਾਂ। ਅਸੀਂ ਕਿਹੜੇ ਲੋਕਾਂ ਨੂੰ ਮਨਾ ਕਰਦੇ ਹਾਂ? ਲੋਕ ਕੋਈ ਹੋਰ ਨਹੀਂ ਹੈ, ਸਾਡੇ ਹੀ ਹੈਗੇ। ਹੁਣ ਆਖਰ ਦੇ ਵਿੱਚ ਕੀ ਹੱਲ ਹੈ ਜੀ? ਉਹੀ ਸਵਾਲ ਰਹੇਗਾ ਮੇਰਾ, 2-3 ਵਾਰ ਤੁਹਾਨੂੰ ਪਹਿਲਾਂ ਵੀ ਕਰ ਚੁੱਕਿਆ, ਕਿਉਂਕਿ ਲਟਕ ਰਿਹਾ ਨਾ, ਇੱਧਰ ਬਾਲ ਗਿਰ ਰਹੀ ਹੈ ਨਾ ਇਸ ਪਾਲੇ ਦੇ ਵਿੱਚ ਨਾ ਉਸ ਪਾਲੇ ਦੇ ਵਿੱਚ, ਜਿਹੜਾ ਮਸਲਾ ਲਟਕਿਆ ਹੋਇਆ। ਹੱਲ ਜਿਹੜਾ ਹੈ ਕਿਸਾਨ ਜਥੇਬੰਦੀਆਂ ਦੇ ਪਾਲੇ 'ਚ ਗੇਂਦ ਪਈ ਹੈ, ਉਹ ਮਰਜ਼ੀ ਉਦੋਂ ਫੈਸਲਾ ਕਰ ਲੈਣ। ਉਹ ਅੱਜ ਕਹਿ ਦੇਣ ਅਸੀਂ ਕਿਸਾਨਾਂ ਵਾਸਤੇ ਇਹ ਚੀਜ਼ਾਂ ਚਾਹੁੰਦੇ ਹਾਂ, ਕਾਨੂੰਨ ਰੱਦ ਦੀ ਗੱਲ ਨਾ ਕਰਨ। ਕਾਨੂੰਨ ਤਾਂ ਹੋਲਡ ਪਿਆ ਹੈ, ਸੁਪਰੀਮ ਕੋਰਟ ਨੇ ਹੋਲਡ ਕਰਤਾ, ਸਾਡੀ ਸਰਕਾਰ ਵੀ ਕਹਿੰਦੀ ਹੈ ਵੀ ਅਸੀਂ ਕਰ ਦਿੰਦੇ ਹਾਂ। ਤੁਸੀਂ ਪ੍ਰਪੋਜ਼ਲ ਤਾਂ ਦੱਸੋ, ਕਿਸਾਨ ਵਾਸਤੇ ਅਸੀਂ ਕਰਨਾ ਕੀ ਚਾਹੁੰਦੇ ਹਾਂ। ਜਦੋਂ ਇਹ ਸੰਘਰਸ਼ ਧਰਨਾ ਇਹ ਚੀਜ਼ਾਂ ਇਹ ਡਿਮਾਂਡ ਕਰਦੇ ਸੀ, ਜਦੋਂ ਧਰਨੇ ਦਿੰਦੇ ਸੀ ਨਾ, ਅਸੀਂ ਲਾਇਆ 3 ਖੇਤੀ ਕਾਨੂੰਨਾਂ ਨੂੰ ਧਰਨਾ ਲੈ ਕੇ। ਦੇਖੋ ਇਹਨਾਂ ਦੇ ਮੰਗ ਪੱਤਰ ਕੱਢ ਕੇ ਦੇਖੋ, ਜਦੋਂ ਇਹ ਸੰਘਰਸ਼ ਕਰਦੇ ਹੁੰਦੇ ਸੀ ਕੀ ਮੰਗਦੇ ਸੀ ਸਰਕਾਰਾਂ ਕੋਲ? ਇਹ ਚੀਜ਼ਾਂ ਤਾਂ ਮੰਗਦੇ ਸੀ ਵੀ ਸਾਨੂੰ ਆਜ਼ਾਦ ਕੀਤਾ ਜਾਵੇ, ਕਿਸਾਨ ਮਰਜ਼ੀ ਉੱਤੇ ਫਸਲ ਵੇਚੇ, ਇਹ ਸਾਰੀ ਚੀਜ਼ਾਂ ਮਾਫੀ ਦਾ ਵਰਦਾਨ ਦੇ ਸਕਦੀ ਹੈ ਸਰਕਾਰ, ਲਾਂਟ ਯਾਰ ਸਾਰਾ ਕੁਝ ਦੇ ਸਕਦੀ ਹੈ। ਜਥੇਬੰਦੀਆਂ ਟੇਬਲ ਤੇ ਟਾਕ ਤੇ ਚੰਗੀ ਤਰ੍ਹਾਂ ਪਹਿਲੇ ਕੱਚਾ ਖਰੜਾ ਤਿਆਰ ਤਾਂ ਕਰੇ, ਪਹਿਲਾਂ ਕੱਚਾ ਖਰੜਾ ਤਾਂ ਤਿਆਰ ਕਰੇ ਨਾ, ਉਹਦੇ ਬਾਅਦ ਤਾਂ ਸਾਰੀ ਕੁਝ ਕਰਨ ਨੂੰ ਤਿਆਰ। ਮਤਲਬ ਤੀਸਰਾ ਰਸਤਾ ਹੈਗਾ, ਪਰ ਜਥੇਬੰਦੀਆਂ ਜੇ ਤੁਰੰਤ ਜਥੇਬੰਦੀਆਂ ਸਿਰਫ ਅੜੀ ਜਿੱਦ ਛੱਡਣ। ਔਰ ਇਹ ਜਥੇਬੰਦੀਆਂ ਦੀ ਕੀ ਹੈ ਕਿ ਦੇਖੋ, ਜਥੇਬੰਦੀਆਂ ਛੱਡ ਵੀ ਗਈਆਂ, ਫਿਰ ਕਿਸਾਨਾਂ ਨੂੰ ਕਿਵੇਂ ਮਨਾਉਂਗੇ? ਕਿਸਾਨਾਂ ਤੱਕ ਕਿਵੇਂ ਗੱਲ ਜਾਊਗੀ? ਮੇਰੀ ਸੁਣੋ, ਤੁਸੀਂ ਕਹਿੰਦੇ ਸ਼ਾਂਤੀਪੂਰਵਕ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਾਵਣ ਦੀ ਥਾਂ ਤੇ ਪੁਤਲੇ ਸਾੜਤੇ, ਔਰ ਜੁੱਤੀਆਂ ਦੇ ਹਾਰ ਪਾ ਕੇ, ਔਰ ਕਿੰਨੇ ਅਪਸ਼ਬਦ ਲੋਕ ਬੋਲੀ ਜਾਂਦੇ ਨੇ। ਉਹ ਤਾਂ ਇਹ ਕਹਿੰਦੇ ਵੀ ਠੀਕ ਹੈ, ਉਹਦੀ ਕੋਈ ਇੱਕ ਖੰਡਨ ਨਹੀਂ ਕਰਦੇ, ਔਰ ਮਾੜੀ ਮੋਟੀ ਗੱਲ ਸਾਡੇ ਲੋਕਾਂ ਕੋਲ ਨਿਕਲ ਜਾਂਦੀ ਹੈ ਉਹਦਾ ਇਸ਼ੂ ਬਣਾਉਂਦੇ ਨੇ। ਇਹ ਲੋਕਾਂ ਦਾ ਰਾਜ ਹੈ ਨਾ ਜੀ, ਲੋਕ ਰਾਜ ਹੈ, ਲੋਕਾਂ ਨੇ ਵੋਟਾਂ ਪਾਈਆਂ ਨੇ, ਤੇ ਇਹ ਤਾਂ ਇੱਥੇ ਜਿਹੜਾ ਪਲਟੇ ਵੀ ਵੱਜੇ ਨੇ ਸਰਕਾਰਾਂ ਨੂੰ ਜੀ, ਤੇ ਉੱਥੇ ਜਿਹੜੇ ਇਸ ਲੋਕ ਰਾਜ, ਅਸੀਂ ਤਾਂ ਲੋਕ ਹਾਂ, ਸਾਡੇ ਕੋਲ ਵੀ ਤਾਂ ਵੋਟ ਹੈ, ਤੇ ਜ਼ਿੰਮੇਵਾਰੀ ਅਸੀਂ ਕੋਈ ਉੱਤੋਂ ਤਾਂ ਨਹੀਂ ਲੈ ਕੇ, ਲੋਕਾਂ ਨੇ ਦਿੱਤੀ ਹੈ ਨਾ। ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ, ਲੋਕਾਂ ਨੇ ਦਿੱਤਾ, ਤੇ 5 ਸਾਲ ਦਿੱਤੇ ਹੈ, 5 ਸਾਲ ਪਹਿਲੇ ਦਿੱਤੇ। ਜੋ ਮੋਦੀ ਨੇ ਮਿੰਦਰ ਦਾ ਔਰ 370 ਦੀ ਗੱਲ ਕਹੀ, ਕਿਸਾਨਾਂ ਦੀ ਆਮਦਨ ਦੀ ਗੱਲ ਕਹੀ। ਹੁਣ 24 ਤੱਕ ਇੰਤਜ਼ਾਰ ਕਰਨ, ਕਿਸਾਨ ਆਪਦੇ ਘਰੇ ਆ ਜਾਣ, ਔਰ 24 ਤੱਕ ਇੰਤਜ਼ਾਰ ਕਰਨ ਵੀ ਕਿਸਾਨਾਂ ਦੀ ਅਗਰ ਫਸਲ ਦੁਗਣੀ ਨਾ ਹੋਵੇ, ਕਿਤੇ ਵਾਅਦੇ ਪੂਰੇ ਨਾ ਹੋਵੇ, ਤਾਂ ਸਾਨੂੰ ਕਿਸੇ ਦੇ ਸੋਟਾ ਮਾਰਨ ਦੀ ਲੋੜ ਨਹੀਂ, ਪੱਥਰ ਮਾਰਨ ਦੀ ਲੋੜ ਨਹੀਂ, ਮੁਰਦਾਬਾਦ ਕਹਿਣ ਦੀ ਲੋੜ ਨਹੀਂ ਹੈ। ਜਦੋਂ 24 ਦਾ ਇਲੈਕਸ਼ਨ ਆਵੇ, ਸਭ ਤੋਂ ਵੱਡੀ ਤਾਕਤ ਸਾਡੇ ਕੋਲ ਵੋਟ ਰੂਪੀ ਹੈ। ਉਦੋਂ ਵੋਟ ਜਿਹੜੇ ਉਲਟ ਪਾ ਦਿਓ, ਤੁਹਾਡੀ ਮਰਜ਼ੀ ਹੈ, ਕੋਈ ਖੋ ਕੇ ਥੋੜਾ ਕਿਸੇ ਨੂੰ ਲੈ ਜਾਊਗਾ ਵੋਟ। ਤੁਸੀਂ ਨਾ ਬਣਾਓ, ਤੁਸੀਂ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਨਾ ਬਣਾਓ, ਪ੍ਰਧਾਨ ਮੰਤਰੀ ਨਾ ਬਣਾਓ, ਤੁਸੀਂ ਉਦੋਂ ਕਹਿ ਦਿਓ ਵੀ ਅਸੀਂ ਵੋਟ ਨਹੀਂ ਪਾਉਂਦੇ, ਤੁਸੀਂ ਦੁੱਗਣੀ ਆਮਦਨ ਨਹੀਂ ਕੀਤੀ। ਅੱਜ ਕੈਪਟਨ ਸਾਹਿਬ ਨੇ ਕਿੰਨੀ ਝੂਠ ਮਾਰ ਕੇ ਅੱਜ ਉਹਨਾਂ ਦੇ ਨਾਲ ਜਿਹੜੇ ਮਿਲੇ ਫਿਰਦੇ ਨੇ, ਤੇ ਕਿਹੜੀ ਗੱਲ ਹੈ? ਕੋਈ ਕੰਮ ਕੀਤਾ ਇਹਨਾਂ ਨੇ? ਜੋ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਕੀਤਾ। 75 ਸਾਲ ਦੇ ਇਤਿਹਾਸ ਦੇ ਵਿੱਚ ਕੋਈ ਸੀ ਪਾਰਟੀ ਨੇ ਦੇਸ਼ ਹਿੱਤ ਵਿੱਚ, ਕਿਸਾਨ ਹਿੱਤ ਵਿੱਚ, ਮਜ਼ਦੂਰ ਹਿੱਤ ਕੋਈ ਗੱਲ ਨਹੀਂ ਕੀਤੀ। ਮੰਨਦੇ ਹੋ ਹੈਗਾ ਜਿਹੜਾ ਭਵਿੱਖ ਬੀਜੇਪੀ ਦਾ ਵੀ ਭਵਿੱਖ ਹੋ ਸਕਦਾ ਜਿਸ ਹਿਸਾਬ ਨਾਲ ਤੁਹਾਡੀ ਬਿਆਨ, ਜਿਸ ਤਰ੍ਹਾਂ ਤੁਹਾਡੀ ਗੱਲਬਾਤ ਹੈ? ਚਲੋ ਇਹ ਮੇਰਾ ਬਿਆਨ ਨਹੀਂ ਹੈ, ਇਹ ਲੋਕਾਂ ਦੀ ਇੱਛਾ ਹੈ। ਲੋਕਾਂ ਨੂੰ ਸਮਝ ਆ ਜਾਣੀ, 1 ਮਹੀਨੇ ਦੇ ਅੰਦਰ ਅੰਦਰ ਆ ਜਾਣੀ। ਲੋਕ ਇਹਨਾਂ ਸਾਰਿਆਂ ਨੂੰ ਛੱਡ ਜਾਣਾ ਹੈ। ਇਹ ਹੁਣ ਤੱਕ ਕੀ ਹੈ? ਹੁਣ ਤਾਂ ਦੇਖੋ ਕਿਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਗੁਰਾਈ ਹੈ, ਕਿੰਨਾ ਪੈਸਾ ਇਕੱਠਾ ਹੋਇਆ। ਇਹ ਆਪਸਰੀ ਜੇ ਲੜਨਗੇ ਵੀ ਦੱਸੋ ਇੰਨਾ ਪੈਸਾ ਇਕੱਠਾ ਗਿਆ ਕਿੱਥੇ ਗਿਆ, ਕਿਹਦੇ ਘਰੇ ਗਿਆ। ਇਹ ਆਪਣੇ ਆਪ ਹੀ ਰੱਬ ਕਰੂ ਜੋ ਕੁਝ ਕਰੂਗਾ। ਸਮਾਂ ਦੇਣ ਲਈ ਬਹੁਤ ਧੰਨਵਾਦ ਜੀ। ਤਾਂ ਸਰਜੀਤ ਕੁਮਾਰ ਜੈਨੀ ਹਰਾਂ ਦੀ ਗੱਲਬਾਤ ਹੈ ਤੁਸੀਂ ਸੁਣ ਰਹੇ ਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਜ਼ਿੰਮੇਵਾਰ ਨੇ, ਜਿਹਦੇ ਕਰਕੇ ਇਹ ਲੰਬਾ ਇੰਨੇ ਸਮੇਂ ਤੋਂ ਜਿਹੜਾ ਮਸਲਾ ਇਹ ਲਟਕਿਆ ਹੋਇਆ। ਇਸ ਦਾ ਜਿਹੜਾ ਹੱਲ ਹੈ, ਇਸ ਦਾ ਜਿਹੜਾ ਸੋਲੂਸ਼ਨ ਹੈ, ਉਹ
ਜ਼ਰੂਰ ਹੋ ਸਕਦਾ ਹੈ ਜੇ ਜਥੇਬੰਦੀਆਂ ਤੀਸਰੇ ਰਸਤੇ ਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੋਣ। ਜਿੱਥੋਂ ਤੱਕ ਉਹਨਾਂ ਦਾ ਕਹਿਣਾ ਸੀ ਕਿ ਹੁਣ ਮੈਂ ਇਸ ਮਸਲੇ ਦੇ ਵਿੱਚ ਕੜੀ ਨਹੀਂ ਬਣਾਂਗਾ, ਕਿਉਂਕਿ ਪਹਿਲਾਂ ਜਿੰਨੇ ਵਾਰ ਵੀ ਇਸ ਮਸਲੇ ਦੇ ਵਿੱਚ ਪੈਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਇਗਨੋਰ ਕੀਤਾ ਗਿਆ, ਨਕਾਰਿਆ ਗਿਆ, ਮੇਰੀ ਇੱਜ਼ਤ ਜਿਹੜੀ ਬਣਦੀ ਆ ਸਤਿਕਾਰ ਆ ਉਹ ਨਹੀਂ ਦਿੱਤਾ ਗਿਆ ਜਥੇਬੰਦੀਆਂ ਦੇ ਵੱਲੋਂ। ਫਿਲਹਾਲ ਦੇ ਲਈ ਵਿਦਾ ਚਾਹਾਂਗੇ। R19 ਦੇ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਸ਼ੀਲ ਕੁਮਾਰ।